ਸਵਾਗਤ ਨਿੱਘਾ ਜੀ ਆਇਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਮਨ ਪਾਉਂਦੇ ਪ੍ਰੋਗਰਾਮ ਜਿਸ ਦਾ ਨਾਮ ਹੈ ਗੱਲਾਂ ਤੇ ਗੀਤ। ਮੈਂ ਹਾਂ ਕਮਲਪ੍ਰੀਤ ਕੌਰ। ਦਰਸ਼ਕੋ, ਇਸ ਭੱਜ ਦੌੜ ਜ਼ਿੰਦਗੀ ਦੇ ਵਿੱਚ ਅਸੀਂ ਸਾਰੇ ਹੀ ਰਲਣਾ ਚਾਹੁੰਦੇ ਹਾਂ, ਅਸੀਂ ਵੀ ਅੱਗੇ ਵਧਣਾ ਚਾਹੁੰਦੇ ਹਾਂ। ਇਸ ਅੱਗੇ ਵਧਣ ਦੀ ਕਸ਼ਿਸ਼ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਬਹੁਤ ਸਾਰੀਆਂ ਸਹੂਲਤਾਵਾਂ ਦਾ ਆਨੰਦ ਵੀ ਮਾਣਦੇ ਹਾਂ ਤੇ ਬਹੁਤ ਸਾਰੀਆਂ ਸਹੂਲਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਇੱਕ ਕਲਿੱਕ ਕਰੋ, ਨਾਲ ਦੀ ਨਾਲ ਜੇ ਕਿਸੇ ਨੂੰ ਪੈਸੇ ਭੇਜਣੇ ਹੁੰਦੇ ਨੇ ਤੇ ਉਹ ਭੇਜ ਦਿੱਤੇ ਜਾਂਦੇ ਨੇ ਤੇ ਜੇਕਰ ਕੋਈ ਖਰੀਦੋ ਫਰੋਖਤ ਕਰਨੀ ਹੋਵੇ ਤਾਂ ਵੀ ਇੱਕ ਕਲਿੱਕ ਦੇ ਨਾਲ ਹੀ ਅਸੀਂ ਜਿਹੜੀ ਹੈਗੀ ਆ ਆਪਣੀ ਖਰੀਦ ਫਰੋਖਤ ਕਰ ਸਕਦੇ ਹਾਂ। ਸੋ ਇਹੋ ਜਿਹੇ ਅਸੀਂ ਮਾਹੌਲ ਦੇ ਵਿੱਚ, ਇਹੋ ਜਿਹੀ ਦੁਨੀਆ ਦੇ ਵਿੱਚ, ਇਹੋ ਜਿਹੀ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਅਸੀਂ ਰਹਿ ਰਹੇ ਹਾਂ। ਪਰ ਗਾਹੇ ਬਗਾਹੇ ਤੁਹਾਨੂੰ ਪਤਾ ਹੈ ਕਿ ਕਈ ਵਾਰ ਹੁੰਦਾ ਹੈ ਭੋਲੇ ਭਾਲੇ ਜਾਂ ਮਿਹਨਤੀ ਲੋਕ ਜਿਹੜੇ ਹੁੰਦੇ ਨੇ ਆਪਣੀ ਇੰਨੇ ਸਾਲਾਂ ਦੀ ਜਾਂ ਇੰਨੇ ਦਿਨਾਂ ਦੀ, ਇੰਨੇ ਮਹੀਨਿਆਂ ਦੀ ਕਮਾਈ ਇਕੱਠਾ ਕਰਦੇ ਨੇ ਤਾਂ ਇੱਕ ਮਿੰਟ ਦੇ ਵਿੱਚ ਹੀ ਪਤਾ ਨਹੀਂ ਚੱਲਦਾ ਕਿੱਥੇ ਚਲੇ ਜਾਂਦੀ ਹੈ। ਫਿਰ ਕੀ ਹੁੰਦਾ ਹੈ, ਬਾਅਦ ਵਿੱਚ ਪਛਤਾਵਾ ਹੁੰਦਾ ਹੈ ਤੇ ਕਈ ਵਾਰ ਹੁੰਦਾ ਹੈ ਸਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਤੇ ਨਾ ਜਾਣਕਾਰੀ ਹੋਣ ਕਰਕੇ ਇਹ ਸਭ ਜਿਹੜੀਆਂ ਸਾਡੇ ਨਾਲ ਜਿਹੜੇ ਹੇਰ ਫੇਰ ਵਾਲੀਆਂ ਜਿਹੜੀਆਂ ਹਰਕਤਾਂ ਹੁੰਦੀਆਂ ਨੇ ਜਾਂ ਕੋਈ ਇਨਸੀਡੈਂਟ ਹੁੰਦੇ ਨੇ ਵਾਪਰ ਜਾਂਦੇ ਨੇ। ਸੋ ਇਹਨਾਂ ਬਾਰੇ ਜਾਣਕਾਰੀ ਸਾਨੂੰ ਹੋਣਾ ਬਹੁਤ ਲਾਜ਼ਮੀ ਹੈ। ਅਸੀਂ ਕਹਿੰਦੇ ਹਾਂ ਕਿ ਅੱਜ ਦੀ ਟੈਕਨੋਲੋਜੀ ਦੀ ਜ਼ਿੰਦਗੀ ਦੇ ਵਿੱਚ ਅਸੀਂ ਵੀ ਦੌੜ ਰਹੇ ਹਾਂ, ਪਰ ਟੈਕਨੋਲੋਜੀ ਬਾਰੇ ਤੁਹਾਨੂੰ ਕਿੰਨਾ ਕੁ ਪਤਾ ਹੈ, ਇਹਦੇ ਲਈ ਤੁਹਾਨੂੰ ਪੂਰਾ ਆਪਣੇ ਆਪ ਤੇ ਯਕੀਨ ਵੀ ਹੋਣਾ ਚਾਹੀਦਾ ਹੈ ਤੇ ਆਲੇ ਦੁਆਲੇ ਵਿੱਚ ਸਹੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਇਸੇ ਕਰਕੇ ਅੱਜ ਦਾ ਦਿਨ ਜਿਹੜਾ ਹੈ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਇੱਕ ਮਾਹਿਰ ਨੂੰ ਅਸੀਂ ਸੱਦਾ ਦਿੱਤਾ ਹੈ ਔਰ ਅਸੀਂ ਗੱਲਾਂ ਕਰਨੀਆਂ ਨੇ, ਉਹਨਾਂ ਕੋਲ ਸਵਾਲ ਪੁੱਛਣੇ ਨੇ। ਸਵਾਲ ਕਿਹੜੇ ਹੋਣਗੇ? ਸਾਈਬਰ ਦੇ ਬਾਰੇ। ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ ਸਾਈਬਰ ਫਰਾਡ ਹੁੰਦੇ ਨੇ, ਸਾਈਬਰ ਸਿਕਿਉਰਿਟੀ ਕੀ ਹੈ ਤੇ ਜੇਕਰ ਕਿਸੇ ਦੇ ਨਾਲ ਨੁਕਸਾਨ ਹੋ ਜਾਂਦਾ ਹੈ ਪੈਸੇ ਦਾ, ਇੱਕ ਕਲਿੱਕ ਦੇ ਨਾਲ ਕਿਸੇ ਦੀ ਮਿਹਨਤਾਂ ਦੀ ਕਮਾਈ ਇੱਕਦਮ ਹੀ ਜ਼ੀਰੋ ਹੋ ਜਾਂਦੀ ਹੈ ਤੇ ਉਹਦੇ ਅਸੀਂ ਕਿੱਦਾਂ ਬਚਾਅ ਕਰ ਸਕਦੇ ਹਾਂ, ਕਿਹੜੀਆਂ ਸਾਵਧਾਨੀਆਂ ਲੈਣੀਆਂ ਚਾਹੀਦੀਆਂ ਨੇ ਸਾਨੂੰ ਔਰ ਨਿੱਕੇ ਨਿੱਕੇ ਇਹੋ ਜਿਹੇ ਕਿਹੜੇ ਕਦਮ ਹੈ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੀਏ। ਹੁਣ ਸਮਾਂ ਨਾ ਲੈਂਦੇ ਹੋਇਆ ਅਸੀਂ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਅੱਜ ਦੇ ਖਾਸ ਮਹਿਮਾਨ ਨੂੰ, ਸ਼੍ਰੀ ਕੇਤਕ ਛਾਬੜਾ ਜੀ। बहुत बहुत स्वागत है। धन्यवाद मैम, धन्यवाद ਤੁਹਾਡੇ ਸਵਾਗਤ ਲਈ। ਮੈਂ ਤਾਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੂੰਗਾ ਕਮਲਪ੍ਰੀਤ ਮੈਮ ਦਾ ਤੇ ਪੂਰੀ ਡੀਡੀ ਪੰਜਾਬੀ ਦੀ ਟੀਮ ਦਾ, ਜਿਨ੍ਹਾਂ ਨੇ ਅੱਜ ਸਾਨੂੰ ਮੌਕਾ ਦਿੱਤਾ ਕਿ ਆਪਾਂ ਸਾਈਬਰ ਸਿਕਿਉਰਿਟੀ ਬਾਰੇ ਤੇ ਜੋ ਅੱਜ ਕੱਲ੍ਹ ਦੇ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਕੰਪਿਊਟਰ ਦੇ ਰਿਲੇਟਡ ਹੋ ਰਹੇ ਜੋ ਕ੍ਰਾਈਮਸ ਔਰ ਉਸ ਤੋਂ ਕਿਸ ਤਰ੍ਹਾਂ ਬਚਿਆ ਜਾ ਰਿਹਾ ਹੈ, ਇਸ ਨੂੰ ਕਿਸ ਤਰ੍ਹਾਂ ਆਪਾਂ ਦਰਸ਼ਕਾਂ ਤੱਕ ਆਪਣੇ ਪਹੁੰਚਾ ਸਕੀਏ ਤੇ ਇਹਦੇ ਬਾਰੇ ਮੈਂ ਪਹਿਲੇ ਤਾਂ ਧੰਨਵਾਦ ਕਰਨਾ ਚਾਹੂੰਗਾ ਸਾਰੀ ਟੀਮ ਦਾ ਜੋ ਕਿ ਸਾਨੂੰ ਦਿੱਤਾ। ਔਰ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਸ਼੍ਰੀ ਕੇਤਕ ਛਾਬੜਾ ਜੀ ਜਿਹੜੇ ਕਿ IT ਦੇ ਬਹੁਤ ਹੀ ਮਾਹਿਰ ਨੇ ਔਰ ਇਸੇ ਲਾਈਨ ਦੇ ਨਾਲ ਸੰਬੰਧਿਤ ਨੇ ਔਰ ਰੋਜ਼ਾਨਾ ਦੇ ਵਿੱਚ ਬਹੁਤ ਸਾਰੀਆਂ ਟਰਮਸ, ਬਹੁਤ ਸਾਰੇ ਇੱਦਾਂ ਦੇ ਸਟੈਪਸ ਜਾਂ ਟਿਪਸ ਅੱਜ ਸਾਨੂੰ ਦੱਸਣਗੇ ਕਿ ਜਿਹਦੇ ਬਾਰੇ ਅਸੀਂ ਜਾਣਕਾਰੀ ਲੈਣੀ ਹੈ। ਸੋ ਸਭ ਤੋਂ ਪਹਿਲਾਂ ਸਰ ਸਵਾਲ ਤਾਂ ਇਹੀ ਪੈਦਾ ਹੁੰਦਾ ਹੈ ਕਿ ਸਾਈਬਰ ਕ੍ਰਾਈਮ ਅਸੀਂ ਆਮ ਸੁਣਦੇ ਹਾਂ, ਹੁੰਦਾ ਕੀ ਹੈ? ਸੋ ਸਾਈਬਰ ਕ੍ਰਾਈਮ ਨੂੰ ਜਾਣਨ ਤੋਂ ਪਹਿਲੇ ਮੈਮ ਆਪਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅੱਜ ਕੱਲ੍ਹ ਟੈਕਨੋਲੋਜੀ ਬਹੁਤ ਉੱਭਰ ਕੇ ਬਾਹਰ ਆ ਰਹੀ ਹੈ। ਟੈਕਨੋਲੋਜੀ ਸਾਡੇ ਬਚਪਨ ਦੇ ਟਾਈਮ ਤੋਂ ਨਹੀਂ ਸੀਗੀ, ਨਾ ਹੀ ਸਾਡੇ ਪੇਰੈਂਟਸ ਜਾਂ ਉਹਨਾਂ ਦੇ ਵਰਗ ਦੇ ਲੋਕਾਂ ਦੇ ਨਾਲ ਉਸ ਸਮੇਂ ਦੀ ਸੀਗੀ। ਲੇਕਿਨ ਟੈਕਨੋਲੋਜੀ ਜੋ ਹੈ, ਟੈਕਨੋਲੋਜੀ ਅੱਜ ਦੇ ਯੁੱਗ ਦੇ ਵਿੱਚ ਅੱਜ ਦੀ ਪੀੜ੍ਹੀ ਆ ਰਹੀ ਹੈ ਉਹਨਾਂ ਦੇ ਲਈ ਹੈ। ਉਹ ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਹੈ, ਗਹਿਰਾਈ ਦੇ ਵਿੱਚ ਸਮਝਦੇ ਹੈ ਤੇ ਗਹਿਰਾਈ ਦੇ ਵਿੱਚ ਸਮਝਣ ਦੇ ਨਾਲ ਨਾਲ ਉਹ ਕੁਝ ਇਸ ਤਰ੍ਹਾਂ ਦੇ ਸ਼ਰਾਰਤੀ ਤੱਤਵ ਵੀ ਆਪਣੇ ਹੁੰਦੇ ਆ ਸਮਾਜ ਦੇ ਵਿੱਚ ਜੋ ਕਿ ਇਸ ਚੀਜ਼ ਦਾ ਨਜਾਇਜ਼ ਫਾਇਦਾ ਚੁੱਕਦੇ ਹੈ ਔਰ ਉਹ ਨਜਾਇਜ਼ ਫਾਇਦਾ ਉਹਨਾਂ ਦਾ ਚੁੱਕਿਆ ਜਾਂਦਾ ਹੈ ਜਿਨ੍ਹਾਂ ਨੂੰ ਇਸ ਬਾਰੇ ਘੱਟ ਜਾਣਕਾਰੀ ਹੈ ਜਾਂ ਬਿਲਕੁਲ ਜਾਣਕਾਰੀ ਨਹੀਂ ਹੈ ਤੇ ਉਹਨਾਂ ਨੂੰ ਉਹਨਾਂ ਦੇ ਭਟਕਾਇਆ ਜਾਂਦਾ ਹੈ ਉਸ ਰਸਤੇ ਜਿਸ ਦੇ ਨਾਲ ਕਿ ਉਹ ਆਪਣਾ ਕੀਮਤੀ ਪੈਸਾ, ਆਪਣਾ ਡੇਟਾ ਜਾਂ ਆਪਣਾ ਕੋਈ ਸਮਾਂ, ਕੋਈ ਵੀ ਇਸ ਚੀਜ਼ ਹੈਗੀ ਹੈ ਉਹ ਉਹਨਾਂ ਦੇ ਹਵਾਲੇ ਕਰ ਦਿੰਦੇ ਆ, ਜਿਹਨੂੰ ਅਸੀਂ ਹੈਕਰਸ ਕਹਿੰਦੇ, ਜਿਨ੍ਹਾਂ ਬਾਰੇ ਅਸੀਂ ਅੱਗੇ ਸਮਝਾਂਗੇ। ਸੋ ਸਾਈਬਰ ਕ੍ਰਾਈਮ ਕੀ ਹੁੰਦਾ ਹੈ? ਬੇਸਿਕਲੀ ਸਾਈਬਰ ਕ੍ਰਾਈਮ ਕੰਪਿਊਟਰ ਦੇ ਨਾਲ ਸੰਬੰਧੀ ਰੱਖਦੇ ਹੋਏ ਕੋਈ ਵੀ ਇਸ ਤਰ੍ਹਾਂ ਦਾ ਗੁਨਾਹ ਜੋ ਕਿ ਗੈਰ ਕਾਨੂੰਨੀ ਹੈ, ਸਰਕਾਰ ਨੇ ਉਸ ਨੂੰ ਗੈਰ ਕਾਨੂੰਨੀ ਦਿੱਤਾ ਹੈ। ਜਿਸ ਤਰ੍ਹਾਂ ਚੋਰੀ ਹੁੰਦੀ ਹੈ ਉਸ ਤਰ੍ਹਾਂ ਹੀ ਆਨਲਾਈਨ ਵੀ ਚੋਰੀਆਂ ਹੁੰਦੀਆਂ, ਉਸੇ ਤਰੀਕੇ ਨੂੰ ਉਹਨੂੰ ਹੀ ਸਾਈਬਰ ਕ੍ਰਾਈਮ ਕਹਿੰਦੇ ਹੈ। ਸੋ ਕਿਸੇ ਦੀ ਇਨਸਾਨ ਦੀ ਨਿੱਜੀ ਜਾਣਕਾਰੀ ਨੂੰ ਹਾਸਿਲ ਕਰਨਾ ਜਾਂ ਚੋਰੀ ਕਰਨਾ ਅਤੇ ਉਸ ਦਾ ਗਲਤ ਇਸਤੇਮਾਲ ਕਰਨ ਨੂੰ ਅਸੀਂ ਸਾਈਬਰ ਕ੍ਰਾਈਮ ਕਹਿੰਦੇ ਹਾਂ। ਤੁਸੀਂ ਦੱਸਿਆ ਆਨਲਾਈਨ ਚੋਰੀ ਹੈ ਨਾ, ਤੇ ਇਹ ਆਨਲਾਈਨ ਚੋਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਕੌਣ ਕਰਦਾ ਹੈ ਨਾ। ਨਾਮ ਤੁਸੀਂ ਲਿਆ ਇੱਕ ਹੈਕਰ, ਅਸੀਂ ਅਕਸਰ ਹੀ ਵਰਤੋਂ ਕਰਦੇ ਹਾਂ, ਹੈਕਿੰਗ ਹੋ ਗਿਆ ਸਾਡਾ ਡਾਟਾ, ਹੈਕਰ ਨੇ ਸਾਡੀ ਪਾਸਵਰਡ ਜਾਂ ID ਸਾਡੀ ਹੈਕ ਕਰ ਲਈ। ਹੈਕਰ ਕੌਣ ਹੁੰਦੇ ਨੇ? ਸੋ ਬੇਸਿਕਲੀ ਹੁੰਦਾ ਕਿ ਮੈਮ ਕਿ ਕੋਈ ਵੀ ਕੰਪਿਊਟਰ,
ਕੋਈ ਲੈਪਟਾਪ ਜਾਂ ਉਹਦੇ 'ਚ ਇੰਟਰਨੈਟ, ਜਾਂ ਆਪਾਂ ਗੱਲ ਕਰੀਏ ਮੋਬਾਈਲ ਫੋਨ, ਇਹਨਾਂ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਦੇ ਪਰਸਨਲ ਅਕਾਊਂਟ ਜਾਂ ਕਿਸੇ ਦੀ ਨਿੱਜੀ ਸੰਬੰਧ ਕਹਿ ਸਕਦੇ ਆਪਾਂ ਕਿਸੇ ਪ੍ਰਾਪਰਟੀ ਦੇ ਵਿੱਚ ਅਸੀਂ ਦਾਖਲ ਦੇਣਾ ਤੇ ਬਿਨਾਂ ਉਹਦੀ ਜਾਣਕਾਰੀ ਤੋਂ ਤੇ ਬਿਨਾਂ ਉਹਦੀ ਪਰਮਿਸ਼ਨ ਤੋਂ, ਇਸ ਨੂੰ ਹੈਕਿੰਗ ਕਰਨਾ ਕਹਿੰਦੇ ਆ। ਉਹਦੇ ਵਿੱਚ ਦਖਲਅੰਦਾਜ਼ੀ ਦੇਣਾ। ਤੇ ਹੈਕਿੰਗ ਜਦੋਂ ਕਰਦੇ ਆ ਉਹਨਾਂ ਨੂੰ ਹੈਕਰਸ ਕਹਿੰਦੇ ਆ, ਜੋ ਕਿ ਹੈਕਿੰਗ ਕਰਦੇ ਆ ਤੇ ਜਿਹੜਾ ਕਿ ਸਾਰੇ ਅੰਜਾਮ ਦਿੰਦੇ ਆ ਸਾਰੇ ਚੀਜ਼ ਨੂੰ, ਉਹਨੂੰ ਆਪਾਂ ਸਾਈਬਰ ਕ੍ਰਿਮੀਨਲਸ ਵੀ ਕਹਿ ਸਕਦੇ ਆ। ਤੇ ਜੇ ਕੋਈ ਚੀਜ਼ ਹੈ ਬਹੁਤ ਵੱਡੇ ਲੈਵਲ ਤੇ, ਬਹੁਤ ਵੱਡੇ ਪੱਧਰ ਤੇ ਹੋ ਜਾਏ, ਯਾਨੀ ਕਿ ਆਪਾਂ ਕਹਿ ਸਕਦੇ ਨੈਸ਼ਨਲ ਲੈਵਲ ਤੇ ਹੋ ਜਾਏ, ਤੇ ਉਹਨੂੰ ਸਾਈਬਰ ਟੈਰਰਿਜ਼ਮ ਦਾ ਵੀ ਨਾਮ ਦਿੱਤਾ ਜਾ ਸਕਦਾ ਹੈ। ਅੱਛਾ, ਮਤਲਬ ਇਹ ਸਾਰੇ ਜਿਹੜੇ ਸ਼ਬਦ ਨੇ ਅਸੀਂ ਅਕਸਰ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਆ, ਪਰ ਸਾਨੂੰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਸਾਡੀ ਕੌਣ ਚੋਰੀ ਕਰਦਾ ਹੈਗਾ ਆ। ਅਸੀਂ ਸਾਈਬਰ ਫਰਾਡ ਬਾਰੇ ਗੱਲ ਕਰਦੇ ਆ, ਸਾਈਬਰ ਕ੍ਰਾਈਮ ਬਾਰੇ, ਸਾਈਬਰ ਹੈਕਰ ਬਾਰੇ। ਇੱਕ ਹੁੰਦਾ ਹੈ ਸ਼ਬਦ ਸਾਈਬਰ ਸਿਕਿਉਰਿਟੀ, ਕੀ ਉਹ ਬਚਾ ਕਰਦਾ ਹੈ ਸਾਨੂੰ ਇਹਨਾਂ ਚੀਜ਼ਾਂ ਤੋਂ? ਜੀ, ਸਾਈਬਰ ਸਿਕਿਉਰਿਟੀ ਜੋ ਹੁੰਦਾ ਹੈ, ਜੋ ਵੀ ਸਾਈਬਰ ਕ੍ਰਾਈਮਸ ਆਪਾਂ ਡਿਸਕਸ ਕੀਤੇ, ਜੋ ਵੀ ਜਾਂ ਹੋਰ ਵੀ ਆਪਾਂ ਆਉਣ ਵਾਲੇ ਅੱਗੇ ਟਾਈਮ ਦੇ ਵਿੱਚ ਡਿਸਕਸ ਕਰਾਂਗੇ, ਉਹ ਸਾਰੀ ਚੀਜ਼ਾਂ ਤੋਂ ਕਿਸ ਤਰ੍ਹਾਂ ਬਚਾ ਕੀਤਾ ਜਾ ਸਕਦਾ ਹੈ, ਕਿਹੜੇ ਸਟੈਪਸ ਆਪਾਂ ਇਸ ਤਰ੍ਹਾਂ ਦੇ ਲੈਣੇ ਚਾਹੀਦੇ, ਕਿਹੜੀ ਪ੍ਰੀਵੈਂਸ਼ਨ ਸਾਨੂੰ ਕਰਨੀਆਂ ਚਾਹੀਦੀਆਂ, ਤਾਂ ਕਿ ਸਾਨੂੰ ਜਿਹੜੀ ਵੀ ਕੋਈ ਵੀ ਆਉਣ ਵਾਲੇ ਸਮੇਂ 'ਚ ਪ੍ਰੋਬਲਮਸ ਆਉਂਦੀਆਂ ਜਾਂ ਕੰਪਿਊਟਰ ਦੇ ਰਿਲੇਟਿਡ ਜਾਂ ਸਾਈਬਰ ਦੇ ਰਿਲੇਟਿਡ, ਤੇ ਉਹ ਸਾਰੀ ਚੀਜ਼ਾਂ ਨੂੰ ਕਵਰ ਕਿਸ ਤਰ੍ਹਾਂ ਕੀਤਾ ਜਾ ਸਕਦਾ, ਬਚਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਉਸ ਨੂੰ ਸਾਈਬਰ ਸਿਕਿਉਰਿਟੀ ਕਹਿੰਦੇ ਆ। ਸਾਈਬਰ ਸਿਕਿਉਰਿਟੀ ਲਈ ਬਹੁਤ ਸਾਰੀ ਮੁਹਿੰਮ ਚੱਲੀਆਂ ਵੀ ਹੋਈਆਂ, ਸਮਾਜਿਕ ਤੌਰ ਤੇ ਵੀ ਕਈ NGOs ਵੀ ਹੈਗੇ ਜੋ ਮੁਹਿੰਮ ਚਲਾ ਰਹੀਆਂ, ਕਈ ਸਾਰੀ ਆਪਾਂ ਕਹਿ ਸਕਦੇ ਗਵਰਨਮੈਂਟ ਦੀ ਐਂਟੀਟੀਜ਼ ਵੀ ਹੈ ਜੋ ਮੁਹਿੰਮ ਚਲਾ ਰਹੀਆਂ। ਤੇ ਅੱਜ ਵੀ ਅਸੀਂ ਵੀ ਇਸੇ ਚੀਜ਼ ਬਾਰੇ ਡਿਸਕਸ ਕਰਾਂਗੇ ਕਿ ਸਾਈਬਰ ਸਿਕਿਉਰਿਟੀ ਨੂੰ ਕਿਸ ਤਰ੍ਹਾਂ ਵਰਤੋਂ ਕੀਤਾ ਜਾ ਸਕਦਾ, ਤੇ ਜੋ ਵੀ ਸਾਈਬਰ ਕ੍ਰਾਈਮ ਹੋ ਰਹੇ ਆ ਉਹਨਾਂ ਤੋਂ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ, ਤੇ ਕਿਸ ਤਰ੍ਹਾਂ ਦੇ ਸਾਈਬਰ ਕ੍ਰਾਈਮਸ ਅੱਜ ਕੱਲ੍ਹ ਸਮਾਜ ਵਿੱਚ ਦੇਖਣ ਨੂੰ ਸਾਨੂੰ ਮਿਲਦੇ ਆ। ਸਮਾਜ ਦੀ ਗੱਲ ਕਰਦੇ ਆ ਨਾ, ਭੋਲੇ ਭਾਲੇ ਜਿਹੜੇ ਲੋਕ ਹੁੰਦੇ ਨੇ ਉਹ ਅਕਸਰ ਹੀ ਕੋਈ ਨਾ ਕੋਈ ਇੱਦਾਂ ਦੀ ਬਾਹਰੋਂ ਸਾਨੂੰ ਕੋਈ ਮੈਸੇਜ ਆਉਂਦਾ ਹੈ ਜਾਂ ਕੋਈ ਲਿੰਕ ਆਉਂਦਾ ਹੈ, ਤੇ ਉਹਦੇ ਵਿੱਚ ਅਸੀਂ ਫਟਾਫਟ ਉਹਨੂੰ ਕਲਿੱਕ ਕਰ ਦਿੰਦੇ ਹੈਗੇ ਆ। ਤੇ ਕਈ ਵਾਰ ਹੁੰਦਾ ਐਂਟੀ ਵਾਇਰਸ ਵੀ, ਅਸੀਂ ਬੜੇ ਸ਼ਬਦ ਸੁਣਦੇ ਆ, ਤੇ ਆਮ ਕਰਕੇ ਇਹ ਜਾਣਿਆ ਜਾਂਦਾ ਕਿ ਐਂਟੀ ਵਾਇਰਸ ਹੋਣ ਕਰਕੇ ਅਸੀਂ ਆਪਣਾ ਬਚਾਅ ਕਰ ਰਹੇ ਹਾਂ। ਕੀ ਇਹ ਤੱਥ ਸਹੀ ਹੈ? ਜੀ ਬਿਲਕੁਲ ਸਹੀ ਹੈ ਮੈਮ। ਐਂਟੀ ਵਾਇਰਸ ਦੇ ਨਾਲ ਅਸੀਂ ਬਹੁਤ ਜ਼ਿਆਦਾ ਆਪਣਾ ਬਚਾਅ ਕਰ ਸਕਦੇ ਹਾਂ। ਅਤੇ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਲਿੰਕਸ ਦੀ, ਤੋਂ ਪਹਿਲੇ ਆਪਾਂ ਇਹ ਥੋੜਾ ਜਿਹਾ ਸਮਝਾਂਗੇ ਕਿ ਸਾਈਬਰ ਕ੍ਰਾਈਮ ਕਿਸ ਤਰ੍ਹਾਂ ਦੇ ਹੁੰਦੇ ਆ। ਸਭ ਤੋਂ ਪਹਿਲੇ ਹੁੰਦੀ ਹੈ ਚੋਰੀ ਕਰਨਾ। ਚੋਰੀ ਹੁਣ ਕੱਲੀ ਆਪਾਂ ਗੱਲ ਕਰੀਏ ਕਿ ਸਿਰਫ ਪੈਸੇ ਦੀ ਚੋਰੀ ਨਹੀਂ ਹੁੰਦੀ। ਅੱਜ ਦੇ ਸਮੇਂ ਦੇ ਵਿੱਚ ਪੈਸੇ ਤੋਂ ਜ਼ਿਆਦਾ ਕੀਮਤੀ ਹੈਗਾ ਇੱਕ ਪਰਸਨਲ ਡੇਟਾ। ਡੇਟਾ ਇਸ ਕਿਸੇ ਕੰਪਨੀ ਦਾ ਵੀ ਹੋ ਸਕਦਾ ਹੈ ਜੀ, ਜਾਣਕਾਰੀ। ਸੋ ਡੇਟਾ ਜਾਂ ਜਾਣਕਾਰੀ ਜਿਹਨੂੰ ਆਪਾਂ ਕਹਿੰਦੇ ਆ, ਇਹ ਕਿਸੇ ਕੰਪਨੀ ਦੀ ਵੀ ਹੋ ਸਕਦੀ ਹੈ, ਕਿਸੇ ਪਰਸਨਲ ਬੰਦੇ ਦੀ ਵੀ ਹੋ ਸਕਦੀ, ਇਨਸਾਨ ਦੀ ਹੋ ਸਕਦੀ ਹੈ, ਜਾਂ ਆਪਾਂ ਕਹਿ ਸਕਦੇ ਕਿਸੇ ਗਵਰਨਮੈਂਟ ਦੀ ਵੀ ਬੋਡੀ ਦੀ ਹੋ ਸਕਦੀ ਹੈ, ਜਿਹਦੇ ਨਾਲ ਕਿ ਡੇਟਾ ਲੀਕ ਹੋਏਗਾ ਤੇ ਉਹਦੇ ਸਾਡੇ ਜੋ ਵੀ ਅਗੇਂਸਟ ਸਾਡੇ ਲੋਕ ਪਲੈਨਿੰਗ ਕਰ ਰਹੇ ਆ ਉਹਨਾਂ ਨੂੰ ਹੈਲਪ ਮਿਲੇਗੀ ਸਾਡੇ ਇਸ ਡੇਟਾ ਦੇ ਵਿੱਚ। ਤੇ ਡੇਟਾ ਇੱਕ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਆਪਾਂ ਚੋਰੀ ਕਹਿ ਸਕਦੇ ਹਾਂ। ਦੂਸਰੀ ਚੋਰੀ ਪੈਸਿਆਂ ਦੀ, ਜੋ ਕਿ ਆਪਾਂ ਆਲਰੇਡੀ ਕੀਤਾ ਕਿ ਪੈਸੇ ਵੀ ਚੋਰੀ ਹੁੰਦੇ ਹੈ ਆਨਲਾਈਨ। ਤੀਸਰੀ ਚੋਰੀ ਜਿਹੜੀ ਸਭ ਤੋਂ ਅੱਜ ਕੱਲ੍ਹ ਦੇਖਣ ਨੂੰ ਮਿਲ ਰਹੀ ਹੈ ਜ਼ਿਆਦਾ, ਉਹ ਹੈਗੀ ਆਈਡੈਂਟੀਟੀ ਚੋਰੀ। ਕਿਸੇ ਦੀ ਆਈਡੈਂਟੀਟੀ ਚੋਰੀ ਕੀਤੀ ਜਾਂਦੀ ਹੈ, ਜਿਹਦੇ ਵਿੱਚ ਕਿ ਆਪਾਂ ਕੋਈ ਵੀ ਦੂਸਰਾ ਸ਼ਖਸ ਬਣ ਜਾਂਦੇ ਆ। ਜਿੱਦਾਂ ਮੇਰਾ ਨਾਮ ਕੇਤਕ ਛਾਬੜਾ ਹੈ, ਕੋਈ ਵੀ ਇਨਸਾਨ ਹੈ, ਕੋਈ ਵੀ ਹੈਕਰ ਹੈ, ਉਹ ਕੇਤਕ ਛਾਬੜਾ ਬਣ ਕੇ ਮੇਰੇ ਫੋਨ, ਮੇਰੇ ਲੈਪਟਾਪ, ਮੇਰੇ ਇੰਟਰਨੈਟ ਦੇ ਵਿੱਚ ਐਂਟਰ ਕਰ ਜਾਏਗਾ ਤੇ ਉਦੋਂ ਤੱਕ ਐਂਟਰ ਕਰਦਾ ਰਹੇ, ਉਦੋਂ ਤੱਕ ਉਹਦੇ ਵਿੱਚ ਰਹੇਗਾ ਜਦ ਤੱਕ ਉਸ ਨੂੰ ਕੁਝ ਡੇਟਾ ਇੰਪੋਰਟੈਂਟ ਨਹੀਂ ਮਿਲ ਜਾਂਦਾ, ਜਿਹਦੇ ਨਾਲ ਮੈਨੂੰ ਨੁਕਸਾਨ ਪਹੁੰਚਾ ਸਕੇ ਜਾਂ ਫਿਰ ਜਿਹਦੇ ਨਾਲ ਮੈਨੂੰ ਬਲੈਕਮੇਲ ਕਰ ਸਕੇ ਜਾਂ ਮੇਰੇ ਕੋਲੋਂ ਪੈਸੇ ਮੰਗ ਸਕੇ ਇਸ ਡੇਟਾ ਦੇ ਅਗੇਂਸਟ। ਤੋ ਇਹ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਇਹ ਹੈਗੇ ਆ ਬੇਸਿਕਲੀ ਸਾਈਬਰ ਕ੍ਰਾਈਮਸ ਆਪਾਂ ਕਹਿੰਦੇ ਆ। ਉਹਨਾਂ ਦਾ ਪਰਪਸ ਕੀ ਹੁੰਦਾ ਹੈ ਆਪਾਂ ਗੱਲ ਕਰੀਏ। ਪਰਪਸ ਸਭ ਤੋਂ ਪਹਿਲੇ ਹੁੰਦਾ ਬਲੈਕਮੇਲ ਕਰਨਾ। ਕਿਸੇ ਨੂੰ ਬਲੈਕਮੇਲ ਕਰਨਾ, ਯਾਨੀ ਕਿ ਉਸ ਦੇ ਕੋਲੋਂ ਆਪਾਂ ਆਪਣਾ ਡੇਟਾ ਦੇਤਾ, ਉਹਦੇ ਕੋਲ ਕੋਈ ਸਾਡੀ ਇਹੋ ਜਿਹੀ ਚੀਜ਼ ਹੈ ਜਾਂ ਕੋਈ ਇਹੋ ਜਿਹੀ ਪ੍ਰਾਪਰਟੀ ਜਾਂ ਕੋਈ ਵੀ ਚੀਜ਼ ਹੈਗੀ ਹੈ ਜਿਹਦੇ ਅਗੇਂਸਟ ਉਹ ਸਾਡੇ ਤੋਂ ਡਿਮਾਂਡ ਕਰਦਾ ਕਿਸੇ ਵੀ ਚੀਜ਼ ਦੀ, ਮੈਨੂੰ ਇਹ ਕੰਮ ਕਰਕੇ ਦੋਗੇ ਤੇ ਮੈਂ ਤੁਹਾਨੂੰ ਡੇਟਾ ਦੇਵਾਂਗਾ। ਹੁਣ ਪਹਿਲਾਂ ਹੁੰਦਾ ਸੀ ਆਫਲਾਈਨ। ਉਹ ਕੋਈ ਲੋਕ ਅਗਰ ਕਿਸੇ ਦੀ ਫਾਈਲ ਚੋਰੀ ਹੁੰਦੀ ਸੀਗੀ, ਕਹਿੰਦੇ ਸੀ ਮੈਂ ਤੁਹਾਨੂੰ ਫਾਈਲ ਦੇ ਬਦਲੇ ਇੰਨੇ ਪੈਸੇ ਦੇਵਾਂਗਾ, ਮੈਨੂੰ ਫਾਈਲ ਦੇ ਦਿਓ। ਅੱਜ ਕੱਲ੍ਹ ਡੇਟਾ ਉਹ ਦੇ ਵੀ ਦੇਗਾ ਤਾਂ ਵੀ ਉਹਦੇ ਕੋਲ ਕਾਪੀ ਹੋਏਗੀ, ਸੋ ਬਾਰ-ਬਾਰ ਰਿਪੀਟਿਡ ਬਲੈਕਮੇਲਸ ਕਰ ਸਕਦਾ ਹੈ। ਠੀਕ ਆ, ਮਤਲਬ ਇੱਕ ਵਾਰੀ ਨਹੀਂ ਬਚਾਏ ਤਾਂ ਕਿੰਨੀ ਵਾਰ ਸਾਨੂੰ ਉਹ ਆਪਣੇ ਜਾਲ 'ਚ ਫਸਾ ਲੈਂਦਾ ਹੈ ਤੇ ਬਾਰ-ਬਾਰ ਸਾਡੇ ਕੋਲ ਮਤਲਬ ਆਪਣਾ ਮਨ ਚਾਹਿਆ ਵੀ ਜੇ ਕੰਮ ਨਾ ਹੋਵੇ, ਅਣਚਾਹਿਆ ਵੀ ਕੰਮ ਕਰਵਾਉਂਦਾ ਹੈ। ਬਿਲਕੁਲ ਕਰਵਾਉਂਦੇ ਮੈਮ। ਤੇ ਇਹਦੇ ਵਿੱਚ ਸੈਕਿੰਡ ਜਿਹੜਾ ਇੱਕ ਚੋਰੀ ਆਉਂਦੀ ਆ ਉਹ ਹੈਗਾ ਰੈਂਸਮਵੇਅਰ, ਜਿਹਨੂੰ ਅਸੀਂ ਫਿਰੌਤੀ ਵੀ ਕਹਿੰਦੇ ਆ, ਪੰਜਾਬੀ ਦੇ ਵਿੱਚ ਫਿਰੌਤੀ ਕਹਿੰਦੇ ਆ, ਤੇ ਰੈਂਸਮ ਜਿਹਦਾ ਆਪਾਂ ਇੰਗਲਿਸ਼ ਕਹਿੰਦੇ ਆ। ਉਹਦਾ ਮਤਲਬ ਕੀ ਹੈਗਾ, ਕੋਈ ਵੀ ਇਨਸਾਨ, ਕੋਈ ਵੀ ਹੈਕਰ ਹੈ, ਉਹ ਸਾਡੇ ਡੇਟਾ ਲੈ ਲੈਂਦਾ ਹੈ, ਉਸ ਤੋਂ ਬਾਅਦ ਉਹ ਸਾਡੇ ਤੋਂ ਪੈਸੇ ਡਿਮਾਂਡ ਕਰਦਾ ਹੈ। ਹੁਣ ਇੱਕ ਵਾਰੀ ਡਿਮਾਂਡ ਕਰਦਾ ਹੈ, ਆਪਾਂ ਗੱਲ ਕੀਤੀ ਰਿਪੀਟਿਡ ਵੀ ਡਿਮਾਂਡ ਕਰਦਾ ਹੈ, ਉਹ ਇਸ ਚੀਜ਼ ਨੂੰ ਇਸ ਹੱਦ ਤੱਕ ਯੂਜ਼ ਕਰ ਸਕਦਾ ਹੈ ਜਦੋਂ ਤੱਕ, ਕਿਉਂਕਿ ਕਈ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਹੁੰਦੀ ਕੌਨਫੀਡੈਂਸ਼ੀਅਲ, ਜਾਂ ਗਵਰਨਮੈਂਟ ਹੈਗੀ ਹੈ ਜਾਂ ਕੋਈ ਪ੍ਰਾਈਵੇਟ ਕੰਪਨੀ ਹੈ, ਉਹ ਨਹੀਂ ਚਾਹੁੰਦੀ ਕਿ ਉਹਨਾਂ ਦੀ
ਇਨਫੋਰਮੇਸ਼ਨ ਲੀਕ ਹੋਵੇ ਤੇ ਉਹਨਾਂ ਨੂੰ ਫਿਰ ਵੀ ਇਹ ਚੀਜ਼ ਕਰਨੀ ਪੈਂਦੀ ਆ, ਉਹਨਾਂ ਨੂੰ ਇਸ ਚੀਜ਼ ਦਾ ਸਾਈਬਰ ਕ੍ਰਾਈਮ ਦਾ ਉਹ ਸ਼ਿਕਾਰ ਬਣ ਜਾਂਦੇ ਆ। ਠੀਕ ਹੈ। ਸੋ ਇਹ ਆਪਾਂ ਨੂੰ ਇੱਕ ਚੀਜ਼ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ, ਕਿਹੜੀ ਵੀ ਚੀਜ਼ ਹੈ ਬਲੈਕਮੇਲ ਅਗਰ ਅਸੀਂ ਡੇਟਾ ਕਰ ਰਹੇ ਹਾਂ ਜਾਂ ਕੋਈ ਵੀ ਚੀਜ਼ ਕਿਸੇ ਨਾਲ ਗੱਲਬਾਤ ਕਰ ਰਹੇ ਹਾਂ, ਕੀ ਪ੍ਰੀਵੈਂਸ਼ਨਸ ਹੋਣਗੇ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਲੇਕਿਨ ਸਾਈਬਰ ਕ੍ਰਾਈਮ ਕਿਸ ਤਰ੍ਹਾਂ ਦੇ ਹੁੰਦੇ ਆ, ਜ਼ਰੂਰੀ ਨਹੀਂ ਕਿ ਇਹ ਸਿਰਫ ਚੋਰੀ ਕਰਨ ਲਈ ਜਾਂ ਪੈਸੇ ਲੈਣ ਲਈ ਵੀ ਕੀਤੇ ਜਾ ਸਕਦੇ ਆ, ਇਹ ਕਿਸੇ ਨੂੰ ਬੁਲੀ ਜਾਂ ਕਿਸੇ ਨੂੰ ਤੰਗ ਕਰਨ ਲਈ ਵੀ ਕੀਤੇ ਜਾ ਸਕਦੇ ਆ। ਹਾਂ ਬਿਲਕੁਲ, ਕਿਸੇ ਨੂੰ ਪਰਸਨਲੀ ਤੰਗ ਕੀਤੇ ਜਾਣਾ ਉਹਦੇ ਲਈ ਵੀ ਇਹ ਸਾਈਬਰ ਕ੍ਰਾਈਮ ਕੀਤੇ ਜਾਂਦੇ ਆ। ਬਿਲਕੁਲ, ਅੱਜ ਕੱਲ ਦੇ ਅਸੀਂ ਸਮੇਂ 'ਚ ਦੇਖਦੇ ਆ ਨਾ, ਕੋਈ ਨਿੱਕੀ ਜਿਹੀ ਤੁਹਾਡੀ ਗੱਲ ਹੁੰਦੀ ਹੈ ਉਹਨੂੰ ਕਿੱਦਾਂ ਬਣਾ ਲਿਆ ਜਾਂਦਾ ਹੈ, ਫਿਰ ਉਹੀ ਤੁਹਾਡੀ ਨੈਗੇਟਿਵ ਜਿਹੜੀ ਹੈਗੀ ਆ ਉਹ ਤਰੀਕੇ ਨਾਲ ਯੂਜ਼ ਕੀਤੀ ਜਾਂਦੀ ਹੈ। ਅਸੀਂ ਗੱਲ ਕਰਦੇ ਹਾਂ ਫਿਸ਼ਿੰਗ ਦੀ, ਹੈ ਨਾ। ਉਹ ਅਕਸਰ ਹੀ ਅਸੀਂ ਟਰਮਸ ਪੜ੍ਹਦੇ ਹਾਂ ਔਰ ਕਈ ਲੋਕਾਂ ਨੂੰ ਉਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ, ਹੈ ਨਾ। ਕਿੱਦਾਂ ਇਹਨੂੰ ਸਮਝਾਓਗੇ? ਸੋ ਫਿਸ਼ਿੰਗ ਬੇਸਿਕਲੀ ਆਪਾਂ ਗੱਲ ਕਰੀਏ, ਜੋ ਇੰਗਲਿਸ਼ ਦਾ ਵਰਡ ਹੈ ਫਿਸ਼ਿੰਗ ਐਫ ਤੋਂ ਹੁੰਦਾ ਹੈ, ਕੰਪਿਊਟਰ ਦੇ ਵਿੱਚ PH ਤੋਂ ਫਿਸ਼ਿੰਗ ਹੁੰਦੇ ਹੈ। ਫਿਸ਼ਿੰਗ ਬੇਸਿਕਲੀ ਹੁੰਦਾ ਹੈ। ਸੋ ਬੇਸਿਕਲੀ ਫਿਸ਼ਿੰਗ ਦਾ ਮਤਲਬ ਕੀ ਹੁੰਦਾ ਹੈ, ਜਿਸ ਤਰ੍ਹਾਂ ਅਸੀਂ ਮੱਛੀ ਫੜਨ ਜਾਂਦੇ ਹਾਂ ਜਾਂ ਕੋਈ ਮੱਛੀ ਫੜਨ ਜਾਂਦਾ ਹੈ, ਉਹ ਕਿਸ ਤਰ੍ਹਾਂ ਫਿਸ਼ਿੰਗ ਕਰਨ ਲਈ ਇੱਕ ਆਪਣਾ ਕਾਂਟਾ ਲੈ ਕੇ ਜਾਂਦਾ ਹੈ ਤੇ ਇੱਕ ਸਟਿਕ ਨਾਲ ਉਹਦੇ ਅੱਗੇ ਕੁਝ ਇਹੋ ਜਿਹੇ ਪਦਾਰਥ ਲਗਾਉਂਦਾ ਹੈ ਜੋ ਕਿ ਇੱਕ ਮੱਛਲੀ ਨੂੰ ਪ੍ਰਭਾਵਿਤ ਕਰੇ ਤੇ ਮੱਛਲੀ ਉਹਦੇ ਵਿੱਚ ਦੇਖ ਕੇ ਉਹਨੂੰ ਅਟਰੈਕਟ ਕਰੇ। ਉਹ ਸੁੱਟਦਾ ਪਾਣੀ ਦੇ ਵਿੱਚ ਸੁੱਟਦਾ ਉਸ ਕਾਂਟੇ ਨੂੰ। ਕਾਂਟਾ ਜਦੋਂ ਉਹ ਮੱਛਲੀ ਦੇਖਦੀ ਹੈ ਕਿ ਇਹਦੇ ਵਿੱਚ ਕੋਈ ਇਹੋ ਜਿਹਾ ਪਦਾਰਥ ਹੈ ਮੇਰੇ ਖਾਣ ਵਾਲਾ, ਉਹਦੇ ਝਾਂਸੇ ਵਿੱਚ ਆ ਕੇ ਉਹ ਖਾ ਲੈਂਦੀ ਹੈ, ਫਸ ਜਾਂਦੀ ਹੈ। ਉਹ ਹੁੰਦਾ ਨਹੀਂ ਹੈ, ਜੋ ਖਾਣ ਦੀ ਕੋਸ਼ਿਸ਼ ਕਰਦੀ ਹੈ ਉਹ ਹੁੰਦਾ ਹੈ, ਲੇਕਿਨ ਉਹ ਇੱਕ ਕਾਂਟੇ ਵਿੱਚ ਫਸ ਜਾਂਦੀ ਹੈ ਜਿਹਦੇ ਨਾਲ ਉਹ ਆਪਣੀ ਜਾਨ ਗਵਾ ਬੈਠਦੀ ਹੈ। ਸੋ ਇਹੀ ਫਿਸ਼ਿੰਗ ਜਿਹੜੀ ਟਰਮ ਹੈਗੀ ਹੈ ਇਹ ਯੂਜ਼ ਹੁੰਦੀ ਹੈ ਕੰਪਿਊਟਰਸ ਦੇ ਵਿੱਚ। ਕੁਝ ਇਸ ਤਰ੍ਹਾਂ ਦੇ ਲਿੰਕ, ਕੁਝ ਇਸ ਤਰ੍ਹਾਂ ਦੇ ਆਪਾਂ ਗੱਲ ਕਰੀਏ ਪੇਜਿਸ ਜਾਂ ਵੈਬਸਾਈਟਸ ਸਾਨੂੰ ਆਉਂਦੀਆਂ ਸਾਡੇ ਫਰੈਂਡ ਸਰਕਲ ਦੇ ਥਰੂ ਜਾਂ ਸਾਨੂੰ ਮੈਸੇਜ ਦੇ ਥਰੂ, ਜੋ ਕਿ ਜ਼ਰੂਰੀ ਨਹੀਂ ਉਹ ਜਾਣ ਕੇ ਭੇਜਦੇ ਆ, ਹੋ ਸਕਦਾ ਉਹ ਵੀ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਣ ਤੇ ਉਹ ਭੇਜਦੇ ਆ। ਤੇ ਉਹ ਸਾਈਬਰ ਕ੍ਰਾਈਮ ਦੇ ਸ਼ਿਕਾਰ ਹੋਣ ਦੇ ਨਾਲ ਨਾਲ ਉਹ ਪੇਜ ਸਾਨੂੰ ਜਦੋਂ ਆਪਾਂ ਲਿੰਕ ਜਾਂ ਕੋਈ ਵੀ ਲਿੰਕ ਸਾਨੂੰ ਆਉਂਦਾ ਅਸੀਂ ਓਪਨ ਕਰਦੇ ਆ, ਅਸੀਂ ਦੇਖਦੇ ਆ ਸਾਡੇ ਬੈਂਕ ਵਰਗਾ ਇੱਕ ਪੇਜ ਬਣਿਆ ਹੋਇਆ ਹੈ, ਜਿਸ ਤਰ੍ਹਾਂ ਸਾਡਾ ਬੈਂਕ ਹੁੰਦਾ ਜਾਂ ਫਿਰ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਹੁੰਦੇ ਆ, ਸੇਮ ਉਸੇ ਤਰ੍ਹਾਂ ਦਾ ਪੇਜ ਬਣਿਆ ਹੁੰਦਾ, ਦੇਖਣ ਨੂੰ ਬਿਲਕੁਲ ਸੇਮ ਹੁੰਦਾ ਹੈ। ਤੇ ਦੇਖਣ ਨੂੰ ਸੇਮ ਜਦੋਂ ਅਸੀਂ ਉਹਦਾ ਫੀਡ ਕਰਨ ਲੱਗਦੇ ਆਪਣਾ ਡੇਟਾ, ਯੂਜ਼ਰ ਨੇਮ ਪਾਸਵਰਡ ਆਪਾਂ ਐਂਟਰ ਕਰਦੇ ਆ, ਉਹ ਦੇਖਣ ਨੂੰ ਵੀ ਪੜ੍ਹਨ ਨੂੰ ਵੀ ਸੇਮ। ਜਦੋਂ ਐਂਟਰ ਕਰ ਦਿੱਤਾ ਉਹਨਾਂ ਨੇ ਕਹਿਤਾ ਸਮਥਿੰਗ ਐਰਰ, ਤੇ ਐਰਰ ਆ ਗਿਆ, ਆਪਾਂ ਬੰਦ ਕਰ ਦਿੱਤਾ, ਕੋਈ ਗੱਲ ਨਹੀਂ। ਲੇਕਿਨ ਸਾਡਾ ਡੇਟਾ ਉਸ ਦੇ ਡੇਟਾਬੇਸ ਦੇ ਵਿੱਚ, ਹੈਕਰ ਦੇ ਡੇਟਾਬੇਸ ਦੇ ਵਿੱਚ ਪਹੁੰਚ ਚੁੱਕਾ ਹੈ। ਅੱਛਾ, ਮਤਲਬ ਕਿ ਐਰਰ ਵੀ ਆ ਜਾਵੇ ਤਾਂ ਵੀ ਉਹ ਡੇਟਾ ਉਹਦੇ ਕੋਲ ਪਹੁੰਚ ਚੁੱਕਾ ਹੈ। ਐਰਰ ਵੀ ਆ ਜਾਵੇ ਤਾਂ ਵੀ ਉਹ ਡੇਟਾ ਉਹਦੇ ਤੱਕ ਪਹੁੰਚ ਚੁੱਕਾ ਹੈ। ਹੁਣ ਜਦੋਂ ਉਹ ਬੰਦ ਹੋ ਗਿਆ ਪੇਜ, ਹੁਣ ਆਪਾਂ ਕਹਿੰਦੇ ਕਿ ਆਪਾਂ ਤਾਂ ਲੌਗ ਆਊਟ ਕਰਤਾ, ਲੇਕਿਨ ਉਹਦੇ ਕੋਲ ਯੂਜ਼ਰ ਨੇਮ ਪਾਸਵਰਡ ਸੇਵ ਹੈਗਾ। ਹੁਣ ਉਹ ਜ਼ਰੂਰੀ ਨਹੀਂ ਹੈ ਕਿ ਔਨ ਦਾ ਸਪੌਟ ਕੋਈ ਐਕਸ਼ਨ ਲਵੇ। ਕਈ ਵੇਲੇ ਤਾਂ ਸਾਨੂੰ ਇਸ ਤਰ੍ਹਾਂ ਦੇ ਲਿੰਕ ਸਾਡੇ ਫਰੈਂਡ ਸਰਕਲ ਤੋਂ ਫਾਰਵਰਡ ਹੁੰਦੇ ਆ, ਸਾਨੂੰ ਲੱਗਦਾ ਕਿ ਸਾਡੇ ਤਾਂ ਬਹੁਤ ਕਲੋਜ਼ ਫਰੈਂਡ ਨੇ ਲਿੰਕਸ ਭੇਜੇ ਸਾਨੂੰ, ਸੋ ਇਹ ਆਪਾਂ ਖੋਲ ਲੈਂਦੇ, ਕੋਈ ਗੱਲ ਨਹੀਂ। ਜਦੋਂ ਓਪਨ ਕਰਦੇ ਆ ਉਹ ਜਾਣਬੁੱਝ ਕੇ ਨਹੀਂ ਭੇਜਦਾ, ਹੋ ਸਕਦਾ ਹੈ ਉਹ ਵੀ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਇਆ ਹੋਵੇ ਤੇ ਉਹ ਲਿੰਕ ਜਿੱਦਾਂ ਹੀ ਆਪਾਂ ਓਪਨ ਕਰਕੇ ਕਲਿੱਕ ਕੀਤਾ ਤੇ ਸਾਡੇ ਵੀ ਅਸੈਸ ਜਿਹੜਾ ਹੈ ਸੋਸ਼ਲ ਮੀਡੀਆ ਦਾ ਜਾਂ ਜਿਹੜੀ ਵੀ ਬੈਂਕ ਦਾ, ਉਹ ਸਾਰਾ ਹੈਕਰਸ ਤੱਕ ਚਲਾ ਜਾਏਗਾ ਤੇ ਸਾਰੇ ਮੈਸੇजेस ਹੈ ਜਿਹੜੇ ਸਾਡੇ ਫਰੈਂਡ ਸਰਕਲ ਨੂੰ ਜਾਣੇ ਸ਼ੁਰੂ ਹੋ ਜਾਣਗੇ ਤੇ ਸਾਨੂੰ ਪੁੱਛਿਆ ਜਾਏਗਾ ਕਿ ਤੁਸੀਂ ਕੀ ਮੈਸੇਜ ਕਰ ਰਹੇ ਹੋ, ਜਦਕਿ ਉਹ ਅਸੀਂ ਨਹੀਂ ਕਰ ਰਹੇ ਹੋਵਾਂਗੇ। ਫਿਰ ਅਸੀਂ ਕਹਿ ਦਿੰਦੇ ਕਿ ਸਾਡੀ ਫੇਸਬੁੱਕ ਆਈਡੀ ਜਾਂ ਕੋਈ ਵੀ ਆਪਾਂ ਗੱਲ ਕਰੀਏ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਹੈਕ ਹੋ ਗਏ ਆ। ਮਤਲਬ ਕਿ ਹੈਕਰ ਉਹ ਬੰਦਾ ਜਿਹਨੂੰ ਅਸੀਂ ਜਾਣਦੇ ਨਹੀਂ, ਹੈ ਨਾ, ਔਰ ਜਿਹਨੇ ਸਾਡਾ ਸਾਰਾ ਡੇਟਾ ਚੋਰੀ ਕਰਕੇ ਇੱਥੇ ਤੱਕ ਪਹੁੰਚਦਾ ਕਰ ਦਿੱਤਾ ਹੈ ਕਿ ਉਹ ਸਾਨੂੰ ਕਿਸੇ ਤਰੀਕੇ ਦੇ ਨਾਲ ਕਿਸੇ ਵੀ ਜਿਹੜਾ ਹੈ ਉਹ ਜਾਲ ਦੇ ਵਿੱਚ ਫਸਾ ਸਕਦਾ ਹੈ ਸਾਨੂੰ। ਮਤਲਬ ਇਹੀ ਸਾਈਬਰ ਕ੍ਰਾਈਮ ਦੀ ਪੂਰੀ ਕਹਾਣੀ ਹੈ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਈਬਰ ਕ੍ਰਾਈਮ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਸ਼ਿਕਾਰ ਹੋ ਰਹੇ ਨੇ। ਗੱਲ ਇਹ ਹੈ ਕਿ ਤੁਸੀਂ ਜਾਣਕਾਰ ਕਿੰਨੇ ਹੋ, ਜਾਣਕਾਰ ਹੋਵੋਗੇ ਤਾਂ ਹੀ ਸਤਰਕ ਰਹਿ ਸਕੋਗੇ। ਗੱਲ ਕਰਦੇ ਹਾਂ ਹੁਣ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ, ਅਸੀਂ ਕਹਿੰਦੇ ਹਾਂ ਕਿ ਇੱਕ ਕਲਿੱਕ ਕਰਦੇ ਹਾਂ, ਜਿੱਦਾਂ ਕਿ ਮੈਂ ਜਿਹੜੀ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਉਹ ਪੈਸੇ ਇੱਕਦਮ ਹੀ ਟ੍ਰਾਂਸਫਰ ਹੋ ਜਾਂਦੇ ਆ, ਸਾਡੇ ਇੰਨੇ ਸਾਲਾਂ ਦੀ ਮਿਹਨਤ ਦੀ ਕਮਾਈ 1 ਮਿੰਟ 'ਚ ਹੀ ਉੱਧਰ ਚਲੇ ਜਾਂਦੀ ਹੈਗੀ ਆ। ਬੈਲੈਂਸ ਜ਼ੀਰੋ ਕਦੋਂ ਹੋ ਜਾਂਦਾ ਹੈ? ਇਹ ਜਿਹੜੀ ਸਾਨੂੰ ਪ੍ਰੋਬਲਮ ਹੈਗੀ ਆ, ਜਿਹੜੀ ਇਹ ਸਾਨੂੰ ਮੁਸ਼ਕਿਲ ਆਉਂਦੀ ਹੈ, ਕਿਦੋਂ ਆਉਂਦੀ ਹੈ? ਮਤਲਬ ਕਿੱਦਾਂ ਇਹ ਜਿਹੜੀ ਹੈਗੀ ਪੂਰਾ ਪਲਾਨ ਕੀਤਾ ਹੁੰਦਾ ਹੈਗਾ, ਇਹਦੇ ਚੱਕਰ ਦੇ ਵਿੱਚ ਅਸੀਂ ਕਿੱਦਾਂ ਫਸ ਜਾਂਦੇ ਹਾਂ? ਮੈਮ ਇਹਦੇ ਨਾ ਕੁਝ 4 ਤੋਂ 5 ਤਰੀਕੇ ਹੈਗੇ ਜਿਸ ਦੇ ਵਿੱਚ ਆਪਾਂ ਸ਼ਿਕਾਰ ਬਣ ਜਾਂਦੇ ਹਾਂ ਸਾਈਬਰ ਕ੍ਰਾਈਮ ਦਾ। ਸਭ ਤੋਂ ਪਹਿਲਾ ਤਰੀਕਾ ਹੈਗਾ ਸਾਨੂੰ ਕਾਲ ਦੇ ਥਰੂ, ਸਾਨੂੰ ਕੁਝ ਫਰਾਡ ਕਾਲਸ ਆਉਂਦੀਆਂ ਜਿਹੜੇ ਕਿ ਸਾਨੂੰ ਉਹ ਰੈਂਡਮ ਨੰਬਰਸ ਨੂੰ ਕਾਲ ਕਰਦੇ ਆ, ਉਹਨਾਂ ਦੇ ਸਾਰੀ ਡਿਟੇਲਸ ਹੁੰਦੀ ਹੈ। ਅਸੀਂ ਕਈ ਵਾਰੀ ਕੀ ਕਰਦੇ ਆ, ਕਿਸੇ ਲੋਟਰੀ ਜਾਂ ਕਿਸੇ ਸ਼ਾਪਿੰਗ ਵੈਬਸਾਈਟ ਤੇ ਆਪਣੀ ਡੇਟਾ ਫਿਲ ਕਰ ਦਿੱਤਾ, ਉਹ ਡੇਟਾ ਸਾਰੀ ਹੀ ਪਲੈਨਿੰਗ ਡੇਟਾ ਦੀ ਹੁੰਦੀ ਹੈ, ਸਾਰੀ ਪਲੈਨਿੰਗ ਡੇਟਾ ਦੇ ਥਰੂ। ਅਗਰ ਕਿਸੇ ਕੋਲ ਸਾਡਾ ਪਰਸਨਲ ਡੇਟਾ ਹੈਗਾ ਤੇ ਉਹ ਸਾਨੂੰ ਫੋਨ ਕਰਕੇ ਜਾਂ ਸਾਡੇ ਨਾਲ ਕੋਈ ਗੱਲਬਾਤ ਕਰੇਗਾ ਤੇ ਤੁਹਾਡਾ ਨਾਮ ਲੈ ਕੇ, ਤੁਹਾਡੇ ਫਾਦਰ ਦਾ ਨਾਮ ਲੈ ਕੇ ਜਾਂ ਤੁਹਾਡੀ ਸਾਰੀ ਪਰਸਨਲ ਡਿਟੇਲਸ ਤੁਹਾਨੂੰ ਦੱਸੇਗਾ। ਤੁਹਾਨੂੰ ਲੱਗੇਗਾ ਕਿ ਆਥੈਂਟਿਕ ਹੈ, ਕਿ ਜੈਨੂਇਨ ਹੈ, ਕਿ ਬੈਂਕ ਤੋਂ ਫੋਨ ਆਇਆ ਹੋਏਗਾ ਜਾਂ ਸਾਡੇ ਕਿਸੇ ਵੀ ਜਿੱਥੇ ਆਪਾਂ ਅਪਲਾਈ ਕੀਤਾ ਉਹਦੇ ਤੋਂ ਫੋਨ ਆਇਆ ਹੋਏਗਾ। ਲੇਕਿਨ ਉਹ ਕੀ ਕਰਦੇ ਆ, ਜਿੱਥੇ ਆਪਾਂ ਡੇਟਾ ਭਰਿਆ ਉਹ ਅੱਗੇ ਡੇਟਾ ਸੇਲ ਆਊਟ ਕਰ ਦਿੰਦੇ ਆ।
ਅੱਛਾ ਜੀ। ਮਤਲਬ ਉਹ ਸਾਡੀ ਮਨਜ਼ੂਰੀ ਤੋਂ ਬਿਨਾਂ ਹੀ ਸਾਡਾ ਡੇਟਾ ਚੋਰੀ ਕਰਕੇ ਪੈਸੇ ਵੀ ਅੱਗੇ ਕਮਾ ਰਿਹਾ ਹੈ। ਬਿਲਕੁਲ ਕਮਾ ਰਹੇ ਮੈਮ, ਇਹੀ ਇੱਕ ਚੀਜ਼ ਨੂੰ ਆਪਾਂ ਹੈਕਿੰਗ ਕਹਿੰਦੇ ਆ। ਆਪਣੀ ਸਾਡੀ ਮਰਜ਼ੀ ਤੋਂ ਬਿਨਾਂ ਸਾਡਾ ਡੇਟਾ ਸੇਲ ਆਊਟ ਕੀਤਾ ਜਾ ਰਿਹਾ, ਉਹ ਵੇਚਿਆ ਜਾ ਰਿਹਾ ਹੈ, ਉਹ ਪੈਸੇ ਕਮਾ ਰਹੇ ਆ। ਇਸ ਚੀਜ਼ ਉਹਨਾਂ ਨੂੰ ਸਿਰਫ ਇੱਕ ਚੀਜ਼ ਪੈਸੇ ਨਾਲ ਮਤਲਬ ਹੈ, ਲੇਕਿਨ ਉਹ ਡੇਟਾ ਜੋ ਵੇਚ ਰਹੇ ਆ, ਜਿਸ ਹੈਕਰ ਨੂੰ ਦੇ ਰਹੇ ਆ, ਉਹ ਹੈਕਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਇਨਸਾਨ ਦਾ, ਇੱਕ ਆਮ ਇਨਸਾਨ ਦਾ ਕੀ ਨੁਕਸਾਨ ਕਰ ਸਕਦਾ ਹੈ, ਇਹਨਾਂ ਨੂੰ ਉਸ ਚੀਜ਼ ਦਾ ਬਿਲਕੁਲ ਤਗਾਜ਼ਾ ਨਹੀਂ ਹੁੰਦਾ। ਤੇ ਬਹੁਤ ਹੀ ਆਪਾਂ ਗੱਲ ਕਰ ਸਕਦੇ ਵੱਡੇ ਲੈਵਲ ਤੇ ਭਾਰੀ ਨੁਕਸਾਨ ਇਹੋ ਜਿਹੇ ਹੋ ਜਾਂਦੇ ਆ ਜਿਹੜੇ ਕਿ ਕਦੀ ਵੀ ਭਰੇ ਨਹੀਂ ਜਾ ਸਕਦੇ, ਤੇ ਜਿਹਦਾ ਬਹੁਤ ਹੀ ਨੁਕਸਾਨ ਜ਼ਿਆਦਾ ਹੁੰਦਾ ਹੈ। ਤੇ ਆਪਾਂ ਤੁਸੀਂ ਗੱਲ ਕੀਤੀ ਲਿੰਕਸ ਆਉਂਦੇ ਸਾਨੂੰ, ਲਿੰਕਸ ਓਪਨ ਕਰਨ ਦੀ। ਸੋ ਬੇਸਿਕਲੀ ਗੱਲ ਇਹ ਹੈ ਕਿ ਜੋ ਆਪਾਂ ਲਿੰਕਸ ਆਉਂਦੇ ਆ, ਪਹਿਲੇ ਤਾਂ ਕਾਲ ਤੋਂ ਸਾਨੂੰ ਫਰਾਡ ਕਾਲ ਆਉਂਦੀ ਹੈ, ਜਾਂ ਸਾਨੂੰ ਈਮੇਲ ਤੇ ਆਏਗਾ ਕਿ ਕੋਈ ਈਮੇਲ ਤੇ ਲਿੰਕ ਆਏਗਾ, ਜਾਂ ਸਾਨੂੰ SMS ਆਏਗਾ, ਜਾਂ ਸੋਸ਼ਲ ਮੀਡੀਆ ਤੇ, ਜਾਂ ਸਾਨੂੰ ਕੋਈ ਫਰੈਂਡ ਫਾਰਵਰਡ ਕਰੇਗਾ। ਇਹ ਲਿੰਕਸ ਹੁੰਦੇ ਕੀ ਹੈ? ਇਹ ਲਿੰਕਸ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ, ਤੁਸੀਂ ਕੂਪਨ ਜਿੱਤੇ ਹੋ, ਤੁਸੀਂ ਕੋਈ ਲੋਟਰੀ ਜਿੱਤੇ ਹੋ, ਤੁਸੀਂ ਕੋਈ ਨਾ ਕੋਈ, ਆਪਾਂ ਗੱਲ ਕਰ ਸਕਦੇ ਹਾਂ ਕਿ ਤੁਹਾਨੂੰ ਕੋਈ ਆਫਰ ਮਿਲਿਆ ਹੈ। ਤੇ ਇਹਨਾਂ ਚੀਜ਼ਾਂ ਦਾ ਆਪਾਂ ਜਦੋਂ ਲਿੰਕਸ ਮਿਲਦੇ ਆ, ਸਾਨੂੰ ਲਿੰਕਸ ਆਉਂਦੇ ਆ, ਉਹ ਲਿੰਕਸ ਦੇਖਣ ਵਿੱਚ ਸਾਨੂੰ ਲੱਗਦਾ ਕਿ ਇਹ ਫੋਟੋ ਬਣੀ ਹੋਈ ਹੈ, ਇਹ ਸਾਨੂੰ ਲੋਟਰੀ ਹੋਏਗੀ ਜਾਂ ਕੋਈ ਵੀ ਫੋਟੋ ਬਣੀ ਹੈ, ਲੇਕਿਨ ਅਗੇਨ ਉਹ ਫਿਸ਼ਿੰਗ ਅਟੈਕ ਹੁੰਦਾ ਹੈ ਜਿਹਨੂੰ ਆਪਾਂ ਦੇਖਦੇ ਹਾਂ। ਉਹ ਲਿੰਕ ਕਲਿੱਕ ਕਰਨ ਤੇ ਬੇਸਿਕਲੀ ਦੇਖਣ ਨੂੰ ਕੁਝ ਹੋਰ ਹੁੰਦਾ, ਉਹਦੇ ਪਿੱਛੇ ਵਰਕਿੰਗ ਕੁਝ ਹੋਰ ਹੁੰਦੀ ਹੈ। ਤੇ ਜਿੱਦਾਂ ਹੀ ਅਸੀਂ ਕਲਿੱਕ ਕਰਦੇ ਹਾਂ ਤੇ ਸਾਡਾ ਸਾਰਾ ਡੇਟਾ ਆਪਾਂ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ, ਤੇ ਅਸੀਂ ਵੀ ਸਾਈਬਰ ਕ੍ਰਾਈਮ ਦਾ ਸ਼ਿਕਾਰ ਬਣ ਜਾਂਦੇ ਹਾਂ। ਅਸੀਂ ਤਾਂ ਕਹਿੰਦੇ ਹਾਂ ਮੋਬਾਈਲ ਫੋਨ ਸਾਡਾ ਹੈ, ਸਾਡੇ ਕੋਲ ਰਹਿੰਦਾ ਹੈ ਹਮੇਸ਼ਾ, ਅਸੀਂ 1 ਮਿੰਟ ਵੀ ਵਸਾ ਨਹੀਂ ਖਾਂਦੇ ਉਹਦਾ, ਹੈ ਨਾ। ਪਰ ਕਈ ਵਾਰ ਹੁੰਦਾ ਹੈ ਅਸੀਂ ਕੰਪਿਊਟਰ ਤੇ ਆਪਣਾ ਜਿਹੜਾ ਕੰਮ ਕਰਦੇ ਹਾਂ, ਉਹਦੇ ਵਿੱਚ ਵੀ ਕਾਫੀ ਵਾਰ ਸਾਨੂੰ ਇਦਾਂ ਦਾ ਹੁੰਦਾ ਹੈ ਕਿ ਅਸੀਂ ਆਪਣੀ ਇਨਫੋਰਮੇਸ਼ਨ ਉਹਦੇ ਵਿੱਚ ਐਡ ਕੀਤੀ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹਨੇ ਚੋਰੀ ਕਰ ਲਈ, ਹੈ ਨਾ। ਸੋ ਕਈ ਵਾਰ ਹੁੰਦਾ ਹੈ ਕਿ ਅਸੀਂ ਸਾਈਬਰ ਕੈਫੇ ਵਿੱਚ ਵੀ ਜਾ ਕੇ ਕੰਪਿਊਟਰ, ਲੈਪਟਾਪਸ ਜਾਂ ਅਸੀਂ PC ਯੂਜ਼ ਕਰਦੇ ਹੈਗੇ ਆ, ਹੈ ਨਾ। ਸੋ ਉੱਥੇ ਕਿੱਦਾਂ ਇੱਦਾਂ ਫਰਾਡ ਹੋ ਜਾਂਦਾ ਹੈ? ਉੱਥੇ ਤਾਂ ਫਿਰ ਮਤਲਬ ਇਹ ਕਹਿ ਸਕਦੇ ਹਾਂ ਕਿ ਅਸੀਂ ਚੰਗੀ ਤਰ੍ਹਾਂ ਨਾਲ ਉਹਦੀ ਜਾਂ ਵਰਤੋਂ ਨਹੀਂ ਕੀਤੀ ਜਾਂ ਸਾਨੂੰ ਪਤਾ ਨਹੀਂ ਸੀ। ਬਿਲਕੁਲ ਸਹੀ ਗੱਲ ਹੈ ਮੈਮ ਤੁਹਾਡੀ, ਕਿ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਆਪਾਂ ਸਹੀ ਤਰੀਕੇ ਨਾਲ ਵਰਤੋਂ ਨਹੀਂ ਕੀਤੀ ਤੇ ਸਾਨੂੰ ਨੌਲੇਜ ਨਹੀਂ ਸੀ। ਇਹ ਨਹੀਂ ਕਿ ਅਸੀਂ ਜਾਣ ਕੇ ਆਪਣਾ ਨੁਕਸਾਨ ਕਰਵਾ ਰਹੇ ਹਾਂ, ਸਾਨੂੰ ਨੌਲੇਜ ਨਹੀਂ ਹੈ, ਸਾਨੂੰ ਜਾਗਰੂਕਤਾ ਨਹੀਂ ਹੈ ਕਿ ਇਹ ਕਿਉਂ ਹੋ ਰਿਹਾ ਹੈ। ਇਹਦੇ ਹੋਣ ਦਾ ਕਾਰਨ ਵੀ ਇਹੀ ਹੈ ਕਿ ਜਦੋਂ ਕੋਈ ਵੀ ਆਪਾਂ ਸਾਈਬਰ ਕੈਫੇ ਵਿੱਚ ਜਾ ਕੇ ਜਾਂ ਅਸੀਂ ਪਬਲਿਕਲੀ ਆਪਣਾ ਐਕਸੈਸ ਕਰਦੇ ਹਾਂ, ਕੋਈ ਵੀ ਈਮੇਲ ਅਕਾਊਂਟਸ ਜਾਂ ਆਪਣੇ ਆਈਡੀਜ਼ ਜਾਂ ਕੁਝ ਵੀ ਆਪਾਂ ਆਪਣਾ ਡੇਟਾ ਐਕਸੈਸ ਕਰਦੇ ਹਾਂ, ਅਸੀਂ ਕੀ ਕਰਦੇ ਹਾਂ? ਅਸੀਂ ਕੁਝ ਗਲਤੀਆਂ ਕਰਦੇ ਹਾਂ ਜਿਹਦੇ ਵਿੱਚ ਆਪਾਂ ਆਪਣਾ ਡੇਟਾ ਉਹਨਾਂ ਦੇ ਕੰਪਿਊਟਰ, ਲੈਪਟਾਪ ਜਾਂ ਕਿਸੇ ਦੇ ਫੋਨ ਜਾਂ ਈਮੇਲ ਦੇ ਵਿੱਚ ਉੱਥੇ ਸੇਵ ਕਰ ਆਉਂਦੇ ਆ, ਜਾਂ ਆਪਾਂ ਈਮੇਲ ਹੈ ਉਹਦੇ ਪਾਸਵਰਡ ਆਪਾਂ ਉਹਨਾਂ ਦੇ ਸੇਵ ਕਰ ਆਉਂਦੇ ਆ। ਅੱਛਾ, ਹੁਣ ਸੇਵ ਕਰੇ ਇਹ ਨਹੀਂ ਕਿ ਜੋ ਸਾਈਬਰ ਕੈਫੇ ਵਾਲਾ ਓਨਰ ਹੈ ਉਹ ਤੁਹਾਡੇ ਸਿਟੀ ਦਾ ਤੁਹਾਡਾ ਨੋਨ ਹੋ ਸਕਦਾ, ਤੁਸੀਂ ਕਹੋਗੇ ਉਹ ਨਹੀਂ ਮੇਰਾ ਨੁਕਸਾਨ ਕਰ ਸਕਦਾ, ਲੇਕਿਨ ਉਹ ਇਕੱਲਾ ਉੱਥੇ ਨਹੀਂ ਚਲਾ ਰਿਹਾ, ਨਾ ਹੀ ਉਹਨੇ ਉਹ ਕੰਪਿਊਟਰ ਚਲਾਉਣਾ ਹੈ। ਉਹ ਕੰਪਿਊਟਰ ਦਿਨ 'ਚ ਕਿੰਨੇ ਲੋਕ ਆਉਂਦੇ ਚਲਾਉਣ ਵਾਸਤੇ, ਕਈ ਹੈਕਰਸ ਵੀ ਇਸ ਤਰ੍ਹਾਂ ਦੇ ਹੁੰਦੇ ਆ ਜੋ ਉਸ ਕੰਪਿਊਟਰ ਦੇ ਕੋਲ ਜਾਂਦੇ ਆ, ਉਸ ਕੰਪਿਊਟਰ ਦੇ ਕੋਲ ਜਾ ਕੇ ਤੇ ਜਿੰਨਾ ਵੀ ਪੂਰੇ ਦਿਨ ਦਾ ਜਾਂ ਪਿਛਲੇ ਕੁਝ ਦਿਨਾਂ ਤੋਂ ਜਿੰਨਾ ਡੇਟਾ ਸੇਵ ਹੋਇਆ ਉਹ ਸਾਰਾ ਕਲੈਕਟ ਕਰਦੇ ਆ ਤੇ ਉਹਨਾਂ ਲੋਕਾਂ ਦੇ ਖਿਲਾਫ ਉਹਨੂੰ ਯੂਜ਼ ਕਰਦੇ ਆ। ਸੋ ਇਹ ਕੈਫੇ ਦੇ ਵਿੱਚ ਵੀ ਜਾ ਕੇ ਸਾਨੂੰ ਡੇਟਾ ਕੋਈ ਸੇਵ ਕਰਦੇ ਆ, ਇਸ ਚੀਜ਼ ਦਾ ਵੀ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਭਰਨਾ ਪੈਂਦਾ ਤੇ ਇਹ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਬਿਲਕੁਲ, ਬਹੁਤ ਸਾਰੀਆਂ ਸਾਵਧਾਨੀਆਂ ਨੇ ਔਰ ਇਹਨਾਂ ਬਾਰੇ ਅਸੀਂ ਜ਼ਰੂਰ ਗੱਲਾਂ ਕਰਾਂਗੇ। ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ ਜਿਹਦੇ ਝਾਂਸੇ ਵਿੱਚ ਅਸੀਂ ਫਸ ਜਾਂਦੇ ਹਾਂ, ਪਰ ਵੇਲਾ ਹੋ ਚੁੱਕਿਆ ਇਹ ਗੀਤ ਦਾ, ਤੁਹਾਡੇ ਮਨੋਰੰਜਨ ਤੇ ਦਰਸ਼ਕਾਂ ਦੇ ਮਨੋਰੰਜਨ ਲਈ ਖੂਬਸੂਰਤ ਗੀਤ।
ਜੀ ਪਿਆਰੇ ਦਰਸ਼ਕੋ, ਤੁਸੀਂ ਵੇਖ ਰਹੇ ਹੋ ਗੱਲਾਂ ਤੇ ਗੀਤ। ਅੱਜ ਅਸੀਂ ਸ਼੍ਰੀ ਕੇਤਕ ਛਾਬੜਾ ਜੀ ਨੂੰ ਸੱਦਾ ਦਿੱਤਾ ਹੈ ਔਰ ਗੱਲਾਂ ਕਰ ਰਹੇ ਹਾਂ ਕਿ ਸਾਈਬਰ ਕ੍ਰਾਈਮ ਕੀ ਹੁੰਦਾ ਹੈ ਤੇ ਉਹਨਾਂ ਤੋਂ ਅਸੀਂ ਕਿੱਦਾਂ ਬਚਾਅ ਕਰ ਸਕਦੇ ਹਾਂ। ਸੋ ਗੱਲਬਾਤ ਦਾ ਸਿਲਸਿਲਾ ਅਸੀਂ ਸ਼ੁਰੂ ਦੁਬਾਰਾ ਤੋਂ ਕਰਦੇ ਹਾਂ। ਜਿਵੇਂ ਕਿ ਕਹਿੰਦੇ ਨੇ ਕਿ ਬਹੁਤ ਸਾਰੇ OTPs ਨੰਬਰ ਕਈ ਵਾਰ ਆ ਜਾਂਦੇ ਨੇ ਸਾਨੂੰ ਮੋਬਾਈਲ ਫੋਨ ਤੇ, ਕਈ ਵਾਰੀ ਫੰਡ ਦਾ ਝਾਂਸਾ ਵੀ ਦੇ ਦਿੰਦੇ ਨੇ, ਸਾਡੇ ਪੈਸੇ ਇੱਕਦਮ ਹੀ ਕਿਸੇ ਦੇ ਕੋਲ ਚਲੇ ਜਾਂਦੇ ਨੇ, ਫਿਰ ਆਪਾਂ ਨੂੰ ਕਾਲ ਆ ਜਾਂਦੀ ਕਿ ਤੁਹਾਡੇ ਪੈਸੇ ਉਹ ਰੀਫੰਡ ਕਰ ਦਿੱਤੇ ਜਾਣਗੇ। ਕਈ ਵਾਰ ਡਿਸਕਾਊਂਟ ਹੁੰਦੇ ਨੇ। ਕਿ ਇਹਨਾਂ ਦੇ ਵਿੱਚ ਵੀ ਅਸੀਂ ਫਸ ਜਾਂਦੇ ਹੈਗੇ ਆ ਕਿ ਆਪਣਾ ਨੁਕਸਾਨ ਕਰਾ ਲੈਂਦੇ ਆ? ਬਿਲਕੁਲ ਤੁਹਾਡੀ ਗੱਲ ਸਹੀ ਹੈ ਮੈਮ। ਜੋ ਆਪਾਂ ਨੁਕਸਾਨ ਆਪਾਂ ਆਪ ਹੀ ਆਪਣਾ ਕਰਾਉਂਦੇ ਆ, ਉਹਦੇ ਵਿੱਚ ਜ਼ਰੂਰੀ ਨਹੀਂ ਕਿ ਅਸੀਂ ਖੁਦ ਹੀ ਕਰ ਰਹੇ ਹਾਂ। ਉਹੀ ਚੀਜ਼ ਜੇ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਆਪਾਂ ਮੋਬਾਈਲ ਬੈਂਕਿੰਗ ਜਾਂ ਆਪਾਂ ਬੈਂਕਿੰਗ ਦੇ ਵਿੱਚ ਕੋਈ ਵੀ ਸਾਨੂੰ OTP ਆਉਂਦੇ ਆ, ਪਹਿਲੀ ਚੀਜ਼ ਤਾਂ ਸਭ ਤੋਂ ਪਹਿਲੀ ਚੀਜ਼ ਹੈ ਕਿ OTP ਕਦੀ ਕਿਸੇ ਨਾਲ ਸ਼ੇਅਰ ਕਰੋ ਹੀ ਨਾ। ਅੱਛਾ, ਜ਼ਰੂਰੀ ਨਹੀਂ ਹੈ ਕਿ ਜੋ OTP ਦੇ ਉੱਪਰ ਲਿਖਿਆ ਆ ਰਿਹਾ ਹੈ। ਕਈ ਵਾਰੀ ਹੈਕਰਸ ਕੀ ਕਰਦੇ ਆ ਕਿ ਜੋ ਬੈਂਕ ਦਾ OTP ਹੁੰਦਾ ਹੈ ਉਹ ਬੈਂਕ ਦੇ ਨਾਮ ਤੋਂ ਨਹੀਂ ਭੇਜਦੇ, ਉਹ ਕਿਸੇ ਆਫਰ ਦੇ ਨਾਮ ਤੋਂ OTP ਭੇਜਦੇ ਆ। ਅੱਛਾ, ਤੇ ਉਹ OTP ਜੋ ਹੈ ਕਿ ਆਫਰਸ ਦੇ ਨਾਮ ਤੇ OTP ਹੈ ਕਿ ਤੁਹਾਨੂੰ ਇਹ ਆਫਰ ਮਿਲੇਗਾ, ਤੁਸੀਂ ਇਹ OTP ਦੇ ਦਿਓ। ਅਸੀਂ ਉਹਨਾਂ ਨੂੰ OTP ਦਿੰਦੇ ਆ ਤੇ ਹੁੰਦਾ ਉਹ ਬੈਂਕ ਦਾ OTP ਹੈ, ਉਹ ਉਹਨਾਂ ਤੱਕ ਪਹੁੰਚ ਗਿਆ ਤੇ ਉਹ ਸਾਡੇ ਆਇਡੈਂਟੀਟੀ ਚੋਰੀ ਕਰਕੇ ਜਾਂ ਸਾਡੇ ਕਿਸੇ ਤਰੀਕੇ ਦਾ ਵੀ ਡੇਟਾ ਚੋਰੀ ਕਰ ਸਕਦੇ ਆ। ਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਫਿਰ ਬੈਂਕ ਦੇ ਵਿੱਚ ਜ਼ਰੂਰੀ ਹੈ ਉਹ ਟਰੈਕ ਰੱਖਦੇ ਆ ਕਿ ਔਨ ਦਾ ਸਪੌਟ ਪੈਸੇ ਨਾ ਨਿਕਾਲੇ ਜਾਣ। ਉਹ ਕਹਿ ਵੀ ਦੇਣਗੇ ਕਿ ਤੁਸੀਂ ਚੈੱਕ ਕਰ ਲੈਣਾ ਤੁਹਾਡੇ ਪੈਸੇ ਨਹੀਂ ਨਿਕਲਦੇ, ਲੇਕਿਨ ਉਹ ਔਨ ਦਾ ਸਪੌਟ ਪੈਸੇ ਨਹੀਂ ਨਿਕਾਲਦੇ ਜਾਂ ਔਨ ਦਾ ਸਪੌਟ ਕਿਸੇ ਤਰ੍ਹਾਂ ਦੀ ਵੀ ਚੋਰੀ ਦੀ ਐਕਟੀਵਿਟੀ ਨਹੀਂ ਕਰਦੇ। ਲੇਕਿਨ ਉਹ ਉਸ ਸਮੇਂ ਦਾ ਵੇਟ ਕਰਦੇ ਆ ਜਦੋਂ ਸਾਡੇ ਅਕਾਊਂਟ ਦੇ ਵਿੱਚ ਜਾਂ ਸਾਡੇ ਅਕਾਊਂਟ ਦੇ ਵਿੱਚ ਇਨਫ ਬੈਲੈਂਸ ਹੋਵੇ ਤਾਂ ਕਿ ਉਹਨਾਂ ਦਾ ਇੱਕ ਆਪਾਂ ਕਹਿ ਸਕਦੇ ਹਾਂ ਅੱਛਾ ਇਸਤੇਮਾਲ ਕੀਤਾ ਜਾ ਸਕੇ। ਹੈਕਰਸ ਵੱਲੋਂ ਉਹ ਚੋਰੀ ਉਸ ਟਾਈਮ ਤੇ ਕਰਦੇ ਆ। ਅੱਛਾ, ਮਤਲਬ ਕਈ ਵਾਰ ਇੰਤਜ਼ਾਰ ਵੀ ਕੀਤਾ ਜਾਂਦਾ ਹੈ ਕਿ ਚੰਗਾ ਇਹਨਾਂ ਦੇ ਅਕਾਊਂਟ 'ਚ ਪੈਸਾ ਆਵੇ ਫਿਰ ਉਹ ਹੈਕ ਕੀਤੀ ਜਾਏਗੀ ਜਾਂ ਫਿਰ ਉਹ ਟ੍ਰਾਂਸਫਰ ਕੀਤੇ ਜਾਣਗੇ। ਕਈ ਵਾਰ ਹੁੰਦਾ ਹੈ ਕੇਤਕ ਜੀ ਕਿ ਅਸੀਂ ਫੀਡਬੈਕ ਫਾਰਮ ਵੀ ਭਰਦੇ ਹਾਂ। ਕਈ ਵਾਰ ਅਸੀਂ ਕਿਤੇ ਸ਼ਾਪਿੰਗ ਕੀਤੀ ਹੁੰਦੀ ਆ, ਆਨਲਾਈਨ ਸ਼ਾਪਿੰਗ ਕਰਦੇ ਆ, ਹੈ ਨਾ, ਤੇ ਉਹਨਾਂ ਦਾ ਸਾਨੂੰ ਮੈਸੇਜ ਆਉਂਦਾ ਕਿ ਫੀਡਬੈਕ ਫਾਰਮ ਭਰੋ, ਅਸੀਂ ਤੁਹਾਨੂੰ ਇੰਨੇ ਪੁਆਇੰਟਸ ਦੇਵਾਂਗੇ। ਕੀ ਫੀਡਬੈਕ ਫਾਰਮ ਸਾਡੇ ਲਈ ਉਹ ਲਾਹੇਵੰਦ ਹੈ? ਕਿਉਂਕਿ ਉਹ ਸਾਰੀ ਜਾਣਕਾਰੀ ਸਾਡੇ ਕੋਲ ਲੈਂਦੇ ਨੇ, ਨਾਮ, ਪਤਾ, ਐਡਰੈਸ, ਫੋਨ ਨੰਬਰ, ਇੱਥੋਂ ਤੱਕ ਆਧਾਰ ਕਾਰਡ ਵੀ ਮੰਗ ਲੈਂਦੇ ਨੇ। ਕੀ ਸਾਨੂੰ ਇਦਾਂ ਦੇ ਫੀਡਬੈਕ ਫਾਰਮ ਭਰਨੇ ਚਾਹੀਦੇ ਨੇ? ਅਗਰ ਤੇ ਦੇਖੋ ਮੈਮ, ਫੀਡਬੈਕ ਫਾਰਮ ਭਰਨਾ ਕੋਈ ਮਾੜੀ ਗੱਲ ਨਹੀਂ ਹੈਗੀ। ਕੋਈ ਆਪਾਂ ਕਿਸੇ ਪਲੇਸ ਤੋਂ ਕਿਸੇ ਆਨਲਾਈਨ ਵੈਬਸਾਈਟ ਤੋਂ ਸ਼ਾਪਿੰਗ ਕੀਤੀ ਹੈ ਤੇ ਸਾਨੂੰ ਕੋਈ ਉਹਦੇ 'ਚ ਹਰਜ ਨਹੀਂ ਫੀਡਬੈਕ ਫਾਰਮ ਭਰਨ 'ਚ। ਲੇਕਿਨ ਆਪਾਂ ਜੈਨੂਅਨ ਉਹ ਚੀਜ਼ ਨੂੰ ਮੰਨੀਏ ਕਿ ਅਗਰ ਸੱਚੀ ਆਪਾਂ ਸ਼ਾਪਿੰਗ ਕੀਤੀ ਹੈ ਤੇ ਲਿੰਕ ਉਹਨਾਂ ਵੱਲੋਂ ਆਇਆ ਹੈ ਕੰਪਨੀ ਵੱਲੋਂ, ਤੇ ਫੀਡਬੈਕ ਫਾਰਮ ਭਰਦੇ ਹੋਏ ਹਾਂ ਉਹਨਾਂ ਨੂੰ ਫੋਨ ਨੰਬਰ ਦੀ ਜਾਂ ਸਾਨੂੰ ਗੱਲ ਕਰੀਏ ਨਾਮ ਦੀ ਜਾਂ ਈਮੇਲ ID ਤੱਕ ਦੀ ਹੀ ਲੋੜ ਪੈਂਦੀ ਹੈ ਤਾਂ ਕਿ ਉਹ ਸਾਨੂੰ ਇਨਫੋਰਮੇਸ਼ਨ ਦੇ ਸਕਣ ਕਿ ਕਿਸ ਤਰ੍ਹਾਂ ਦੇ ਆਫਰਸ ਉਹਨਾਂ ਦੇ ਸ਼ੋਰੂਮ ਜਾਂ ਉਹਨਾਂ ਦੇ ਸ਼ਾਪਿੰਗ ਵੈਬਸਾਈਟ 'ਤੇ ਚੱਲ ਰਹੇ ਹੈ, ਸਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਦੇਣ ਲਈ, ਸਾਡੇ ਬੈਨੀਫਿਟ ਲਈ। ਲੇਕਿਨ ਆਪਾਂ ਗੱਲ ਕਰੀਏ ਕਿ ਆਧਾਰ ਕਾਰਡ ਦੇਣਾ ਜਾਂ ਆਪਣੀ ਹੋਰ ਇਨਫੋਰਮੇਸ਼ਨ, ਘਰ ਦਾ ਐਡਰੈਸ, ਬੈਂਕ ਡਿਟੇਲਸ, ਸੋ ਆਪਾਂ ਅਵੋਇਡ ਕਰੀਏ ਜਿੰਨੀ ਇਨਫੋਰਮੇਸ਼ਨ ਆਪਾਂ ਨਾ ਦੇ ਸਕੀਏ। ਕਿਉਂਕਿ ਇਹ ਚੀਜ਼ਾਂ ਜਾਂ ਤਾਂ ਸਿਰਫ ਸਾਨੂੰ ਪਰਸਨਲ ਆਪਾਂ ਗਵਰਨਮੈਂਟ ਕਿਤੇ ਅਪਲਾਈ ਕਰਨਾ ਹੋਵੇ ਫਾਰਮਸ ਲਈ, ਉਹਨਾਂ ਲਈ ਲੋੜ ਹੁੰਦੀ ਹੈ, ਜਾਂ ਕੋਈ ਬਹੁਤ ਹੀ ਕੋਈ ਜ਼ਰੂਰੀ ਕੋਈ ਕੰਮ ਹੋਵੇ ਜਿਹਦੇ ਲਈ ਆਪਾਂ ਇੱਛੁਕ ਹੈਗੇ ਆ ਕਰਨ ਦੇ, ਤੇ ਆਪਾਂ ਉਹੀ ਕੰਮਾਂ ਲਈ ਅਪਲਾਈ ਕਰੀਏ ਤੇ ਉਸੇ ਚੀਜ਼ ਲਈ ਆਪਾਂ ਆਪਣੀ ਇੰਨੀ ਇਨਫੋਰਮੇਸ਼ਨ ਦਈਏ। ਆਪਾਂ ਇੰਨੀ ਡਿਟੇਲ ਦੀ ਇਨਫੋਰਮੇਸ਼ਨ ਕਿਸੇ ਨੂੰ ਵੀ ਨਾ ਦਈਏ। ਕੋਸ਼ਿਸ਼ ਕਰੀਏ ਫੋਨ ਨੰਬਰ, ਈਮੇਲ ID ਔਰ ਨਾਮ ਭਰਨਾ ਕੋਈ ਹਰਜ ਨਹੀਂ ਹੈਗਾ, ਆਪਾਂ ਭਰ ਸਕਦੇ ਹਾਂ। ਆਪਣੇ ਆਫਰਸ ਆਪਾਂ ਨੂੰ ਮਿਲਦੇ ਰਹਿੰਦੇ ਆ ਤੇ ਉਦੋਂ ਜਾਣਨ ਲਈ ਜ਼ਰੂਰ ਆਪਾਂ ਕਰ ਸਕਦੇ ਹਾਂ, ਲੇਕਿਨ ਇੰਨੇ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਪਰ ਗੁਰੇਜ਼ ਰੱਖੀਏ, ਅਕਾਊਂਟ ਨੰਬਰ ਨਾ ਦਈਏ ਔਰ ਜਿਹੜੇ ਆਧਾਰ ਕਾਰਡ ਹੈਗੇ ਆ ਉਹ ਨੰਬਰ ਨਾ ਭਰੀਏ। ਬਿਲਕੁਲ ਠੀਕ ਹੈ। ਕਈ ਵਾਰ ਹੁੰਦਾ ਹੈ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ, ਮੋਬਾਈਲ ਫੋਨ ਸਾਡੇ ਦਿਲ ਦੇ ਬਹੁਤ ਕਰੀਬ ਹੁੰਦਾ ਹੈ ਨਾ, ਤੇ ਅਸੀਂ ਉਹਨਾਂ ਤੇ ਪੈਟਰਨ ਲੌਕ ਲਗਾਉਂਦੇ ਆ। ਕਈ ਵਾਰ ਸਾਡੇ ਫਿੰਗਰਪ੍ਰਿੰਟ ਹੁੰਦੇ ਨੇ, ਫੇਸ ID ਹੁੰਦੀ ਹੈ ਸਾਡੀ, ਹੈ ਨਾ। ਕਿ ਇਹ ਸਾਨੂੰ ਬਚਾਅ ਕਰਦੇ ਨੇ? ਕਈ ਵਾਰ ਹੁੰਦਾ ਹੈ ਕਿ ਕਿਸੇ ਕੋਲ ਜਿੱਦਾਂ ਮੋਬਾਈਲ ਫੋਨ ਡਿੱਗ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤੇ ਬਹੁਤ ਸਾਰੀ ਜਾਣਕਾਰੀ ਸਾਡੀ ਮੋਬਾਈਲ ਫੋਨ 'ਚ ਹੁੰਦੀ ਹੈ, ਇੱਥੋਂ ਤੱਕ ਕਿ ਸਾਡੀਆਂ ਜਿਹੜੀਆਂ ਬੈਂਕ ਦੀਆਂ ਐਪਸ ਹੁੰਦੀਆਂ ਨੇ ਉਹਦੇ ਵਿੱਚ ਹੀ ਹੁੰਦੀਆਂ ਨੇ, ਹੈ ਨਾ। ਤੇ ਫਿਰ ਉੱਥੇ ਵੀ ਡਰ ਲੱਗਦਾ ਹੈ ਕਿ ਉਹ ਚੀਜ਼ ਜਿਹੜੀ ਹੈਗੀ ਆ ਤੁਹਾਡੀ ਕਿਸੇ ਅਨਆਥੋਰਾਈਜ਼ਡ ਪਰਸਨ ਕੋਲ ਨਾ ਚਲੇ ਜਾਵੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਮ। ਹੁਣ ਇਹਦੇ ਵਿੱਚ ਆਪਾਂ ਨੂੰ ਨਾ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲੇ ਅਗਰ ਤੁਸੀਂ ਗੱਲ ਕਰਦੇ ਹੋ ਪੈਟਰਨ ਲੌਕ ਲਗਾਉਣਾ ਜਾਂ ਫੇਸ ਲੌਕ ਲਗਾਉਣਾ, ਬਿਲਕੁਲ ਠੀਕ ਹੈ। ਪੈਟਰਨ ਲੌਕ ਜਾਂ ਫੇਸ ਲੌਕ ਲਗਾਉਣਾ ਚਾਹੀਦਾ ਹੈ, ਜਾਂ ਥੰਬਪ੍ਰਿੰਟ ਆਪਾਂ ਬਾਇਓਮੈਟ੍ਰਿਕ ਕਹਿੰਦੇ ਹਾਂ, ਉਹ ਲਗਾਉਣਾ ਬਿਲਕੁਲ ਠੀਕ ਹੈ। ਉਹ ਜੈਨੂਅਨ ਹੁੰਦਾ, ਉਹਦੇ ਵਿੱਚ ਕੋਈ ਜ਼ਿਆਦਾ ਰਿਸਕ ਨਹੀਂ ਹੁੰਦਾ। ਲੇਕਿਨ ਆਪਾਂ ਨੂੰ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ, ਆਪਾਂ ਨੂੰ ਖਾਲੀ ਇੱਕ ਲੌਕ ਦੇ ਉੱਪਰ ਭਰੋਸਾ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਮਲਟੀਪਲ ਲੌਕਸ ਲਗਾਉਣੇ ਚਾਹੀਦੇ ਆ, ਜਿਹਦੇ ਵਿੱਚ ਕਿ ਆਪਾਂ ਨੂੰ ਮਿਕਸ ਪਾਸਵਰਡ ਵੀ ਰੱਖਣਾ ਚਾਹੀਦਾ ਹੈ। ਆਪਾਂ ਨੂੰ ਪੈਟਰਨ ਲੌਕ ਵੀ ਲਗਾਤਾ ਜਾਂ ਆਪਾਂ ਉਹਦੇ ਨਾਲ ਬਾਇਓਮੈਟ੍ਰਿਕ ਜਾਂ ਫੇਸ ਲੌਕ ਵੀ ਲਗਾ ਦਿੱਤਾ। ਹੁਣ ਅਗਰ ਆਪਾਂ ਪਾਸਵਰਡ ਦੀ ਜਦੋਂ ਗੱਲ ਕਰਦੇ ਹਾਂ ਤੇ ਪਾਸਵਰਡ ਵਿੱਚ ਜ਼ਿਆਦਾ ਲੋਕੀ ਕੀ ਸਮਝਦੇ ਹੈ, ਲੋਕ ਸਮਝਦੇ ਹੈ ਕਿ ਪਾਸਵਰਡ ਦਾ ਮਤਲਬ ਹੁੰਦਾ ਹੈ ਕਿ ਆਪਾਂ ਆਪਣਾ ਬਰਥ ਡੇਟ ਲਗਾਤੀ, ਫੋਨ ਨੰਬਰ ਲਗਾਤਾ, ਆਪਣਾ ਹਾਊਸ ਐਡਰੈਸ ਲਗਾਤਾ, ਜਾਂ ਆਪਣੇ ਕਿਸੇ ਵੀ ਜਿੱਦਾਂ ਗੱਲ ਘਰ ਦਾ ਨੰਬਰ ਜਾਂ ਗੱਡੀ ਦਾ ਨੰਬਰ ਲਗਾ ਦਿੱਤਾ। ਸੋ ਇਹ ਗਲਤੀਆਂ ਜ਼ਿਆਦਾਤਰ ਲੋਕ ਕਰਦੇ ਆ। ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਆਪਾਂ ਨੂੰ ਬਚਾਅ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦਾ।
ਆਪਾਂ ਨੂੰ ਕਦੇ ਵੀ ਇਹ ਕਾਮਨ ਚੀਜ਼ਾਂ ਡਿਸਕਲੋਜ਼ ਨਹੀਂ ਕਰਨੀ ਚਾਹੀਦੀ ਪਾਸਵਰਡ ਦੇ ਵਿੱਚ, ਜਿਹੜੀ ਕਿ ਹਰ ਕਿਸੇ ਨੂੰ ਪਤਾ ਹੁੰਦੀ ਹੈ। ਜਿੱਦਾਂ ਕਿ ਸਾਡੀ ਬਰਥ ਡੇਟ ਹੈਗੀ ਹੈ ਜਾਂ ਸਾਡਾ ਫੋਨ ਨੰਬਰ ਹੈ, ਇਹ ਪਬਲਿਕਲੀ ਸਾਰਿਆਂ ਨੂੰ ਮੈਕਸਿਮਮ ਪਤਾ ਹੁੰਦਾ ਫੋਨ ਨੰਬਰ ਤੇ। ਬਰਥ ਡੇਟ ਵੀ ਆਪਾਂ ਗੱਲ ਕਰੀਏ ਸੋਸ਼ਲ ਸਾਈਟ ਤੇ ਅਕਸਰ ਹੀ ਅਸੀਂ ਪਾਉਂਦੇ ਹਾਂ ਜੀ, ਬਿਲਕੁਲ ਪਾਉਂਦੇ ਆ। ਤਾਂ ਉਹਨਾਂ ਨੇ ਡਿਫਰੈਂਟ ਮੈਥਡਸ ਇਦਾਂ ਦੇ ਅਪਲਾਈ ਕਰਨੇ ਆ ਉਹਨੂੰ। ਅਗਰ ਤੁਹਾਡਾ ਮੇਰਾ ਬਰਥ ਹੈ 22 ਜਨਵਰੀ ਤੇ ਮੇਰਾ 2201 ਹੈ ਤੇ ਮੈਂ 2201 ਕਰੂੰਗਾ ਪਾਸਵਰਡ ਜਾਂ 0122 ਕਰੂੰਗਾ, ਇਹਨੂੰ ਅੱਗੇ ਪਿੱਛੇ ਕਰਕੇ ਉਹ ਟਰਾਈ ਕਰਦੇ ਆ 4-5 ਵਾਰੀ ਤੇ ਪਾਸਵਰਡ ਕਈਆਂ ਦਾ ਲੱਗ ਜਾਂਦਾ ਹੈ, ਕਿਉਂਕਿ ਜ਼ਿਆਦਾਤਰ ਲੋਕ ਈਜ਼ੀ ਨੰਬਰਸ ਰੱਖਦੇ ਆ। ਤੇ ਈਜ਼ੀ ਨੰਬਰ ਜ਼ਰੂਰ ਸਾਨੂੰ ਰੱਖਣਾ ਚਾਹੀਦਾ ਹੈ, ਲੇਕਿਨ ਸਾਡੀ ਨਿੱਜੀ ਜ਼ਿੰਦਗੀ 'ਚ ਹੋਰ ਵੀ ਕਈ ਇਹੋ ਜਿਹੀ ਚੀਜ਼ਾਂ ਹੁੰਦੀਆਂ ਜਿਸ ਨੂੰ ਆਪਾਂ ਸੰਬੰਧ ਰੱਖ ਕੇ ਅਸੀਂ ਇਹ ਨੰਬਰਸ ਨੂੰ ਰੱਖ ਸਕਦੇ ਹਾਂ। ਆਪਾਂ ਨੂੰ ਪਾਸਵਰਡ ਬਹੁਤ ਜ਼ਿਆਦਾ ਸਟਰੋਂਗ ਰੱਖਣਾ ਚਾਹੀਦਾ ਹੈ। ਔਰ ATM ਦੇ ਪਾਸਵਰਡ ਦੀ ਜੇ ਗੱਲ ਕੀਤੀ ਜਾਵੇ, ਜਿੱਦਾਂ ਤੁਸੀਂ ਦੱਸਿਆ ਕਿ ਅਸੀਂ ਅਕਸਰ ਹੀ ਛੋਟੇ ਜਾਂ ਹੁੰਦਾ ਵੀ ATM ਦਾ ਸਾਡਾ ਛੋਟਾ 4 ਜਾਂ 5 ਡਿਜਿਟ ਦਾ ਹੁੰਦਾ ਹੈਗਾ ਆ, ਔਰ ਅਸੀਂ ਸੌਖਾ ਜਿਹਾ ਰੱਖ ਲੈਂਦੇ ਹਾਂ। ਕੀ ਸਾਨੂੰ ਮਹੀਨੇ ਬਾਅਦ ਜਾਂ 6 ਮਹੀਨਿਆਂ ਬਾਅਦ ਬਦਲਣੇ ਵੀ ਚਾਹੀਦੇ ਨੇ? ਪਾਸਵਰਡ ਬਦਲਣ ਦਾ ਇੰਨਾ ਕੋਈ ਜ਼ਿਆਦਾ ਆਪਾਂ ਕਹਿੰਦੇ ਆ ਕਿ ਰੋਲ ਨਹੀਂ ਹੈ। ਅਗਰ ਉਹਦੇ ਤੁਸੀਂ ਪਾਸਵਰਡ ਨੂੰ ਤੁਸੀਂ ਜ਼ਿਆਦਾ ਯੂਜ਼ ਕਰ ਰਹੇ ਹੋ ਪਬਲਿਕਲੀ ਤੇ ਤੁਹਾਨੂੰ ਬਦਲ ਵੀ ਲੈਣੇ ਚਾਹੀਦੇ ਆ ਜੇ ਤੁਸੀਂ ਜ਼ਿਆਦਾਤਰ ਸ਼ਾਪਿੰਗ ਕਰ ਰਹੇ ਹੋ। ਲੇਕਿਨ ਪਾਸਵਰਡ ਦੀ ਗੱਲ ਕਰੀਏ ਆਪਾਂ, ਪਾਸਵਰਡ ਬਦਲਣ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਆਪਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਦੋਂ ਅਸੀਂ ਪਾਸਵਰਡ ਟਾਈਪ ਕਰ ਰਹੇ ਹਾਂ ਤੇ ਸਾਨੂੰ ਕੋਈ ਦੇਖ ਤਾਂ ਨਹੀਂ ਰਿਹਾ, ਕਿਉਂਕਿ ਜ਼ਰੂਰੀ ਨਹੀਂ ਹੈ ਕਿ ਪਾਸਵਰਡ ਸਾਡਾ ਕਾਰਡ ਉਹਦੇ ਕੋਲ ਜਾਏਗਾ ਉਦੋਂ ਹੀ ਉਹ ਸਾਡੇ ਕੋਲੋਂ ਸਾਡਾ ਚੋਰੀ ਕਰ ਸਕਦਾ ਹੈ। ਉਹ ਸਾਡਾ ਕਾਰਡ ਦਾ ਨੰਬਰ ਨੋਟ ਕਰ ਲਵੇ, ਉਹਦੇ ਬੈਕ ਸਾਈਡ ਤੇ CVV ਨੰਬਰ ਹੁੰਦਾ ਉਹ ਨੋਟ ਕਰਕੇ ਤੇ ਸਾਡਾ ਪਿਨ ਨੋਟ ਕਰ ਲਵੇ, ਤੇ ਇਹ ਤਿੰਨੋਂ ਚੀਜ਼ਾਂ ਅਗਰ ਜਦੋਂ ਉਹਦੇ ਤੱਕ ਕਿਸੇ ਵੀ ਹੈਕਰ ਤੱਕ ਪਹੁੰਚ ਗਈਆਂ ਤੇ ਉਹ ਆਰਾਮ ਨਾਲ ਚੋਰੀ ਕਰ ਸਕਦਾ ਹੈ। ਲੇਕਿਨ ਅੱਜ ਦੇ ਸਿਸਟਮ ਦੇ ਵਿੱਚ OTP ਆ ਗਈ ਹੈ ਕਿ ਅਗਰ ਕੋਈ ਐਂਟਰੀ ਕਰਦਾ ਹੈ ਕਾਰਡ ਦੀ ਤੇ OTP ਆ ਜਾਂਦਾ ਹੈ। ਲੇਕਿਨ ਹਲੇ ਵੀ ਕਈ ਜਗ੍ਹਾ ਤੇ ਇਸ ਤਰ੍ਹਾਂ ਹੈਗਾ ਹੈ ਕਿ ਆਪਾਂ ਬਿਨਾਂ OTP ਤੋਂ ਵੀ ਆਪਾਂ ਗੱਲ ਕਰੀਏ ਕਿ ATM ਕਾਰਡ ਪਿਨਸ ਦੇ ਨਾਲ ਚੱਲ ਜਾਂਦੇ ਆ। ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਪਿਨ ਆਪਾਂ ਹਾਈਡ ਰੱਖੀਏ। ਅਗਰ ਅਸੀਂ ਬਹੁਤ ਜ਼ਿਆਦਾ ਪਬਲਿਕਲੀ ਯੂਜ਼ ਕਰਦੇ ਹਾਂ ਕਾਰਡ ਤੇ ਅਸੀਂ ਨੂੰ ਆਪਾਂ ਰੈਗੂਲਰ ਬੇਸਿਸ ਤੇ ਵੀ ਪਾਸਵਰਡ ਚੇਂਜ ਕਰ ਲੈਣਾ ਚਾਹੀਦਾ ਹੈ। ਤੇ ਅਗਰ ਇੱਕ ਹੋਰ ਚੀਜ਼ ਹੈਗੀ ਹੈ ਜਿਹਨੂੰ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਸਵਰਡ ਨਾਲੋਂ ਜ਼ਿਆਦਾ ਜ਼ਰੂਰੀ ਆਪਾਂ ਨੂੰ ਇਹ ਹੈਗਾ ਕਿ ਆਪਾਂ ਜੋ ਟ੍ਰਾਂਜੈਕਸ਼ਨ ਕਰ ਰਹੇ ਹਾਂ ਉਹਨਾਂ ਟ੍ਰਾਂਜੈਕਸ਼ਨਸ ਤੇ ਜ਼ਰੂਰ ਨੋਟ ਕਰੀਏ। ਅਸੀਂ ਅਗਰ ਕੋਈ ਬੈਂਕ ਚੋਂ ATM ਚੋਂ ਪੈਸੇ ਕਢਾਉਣ ਜਾ ਰਹੇ ਹਾਂ, ਬੈਂਕ ਵਿੱਚ ਪੈਸੇ ਜਮ੍ਹਾਂ ਕਰਾ ਰਹੇ ਹਾਂ ਜਾਂ ਕਿਸੇ ਕੋਲੋਂ ਆ ਰਹੇ ਆ ਪੈਸੇ, ਆਪਾਂ ਉਸ ਚੀਜ਼ ਤੇ ਟਰੈਕ ਜ਼ਰੂਰ ਰੱਖੀਏ, ਕਿਉਂਕਿ ਸਾਡੀ ਪੈਸੇ ਦੀ ਅਮਾਊਂਟ ਕਿੰਨੀ ਆ ਰਹੀ ਹੈ ਕਿੰਨੀ ਜਾ ਰਹੀ ਹੈ। ਕਈ ਵਾਰੀ ਅਸੀਂ ਨਹੀਂ ਨੋਟ ਕਰਦੇ ਕਿ ਚਲ ਕੋਈ ਗੱਲ ਨਹੀਂ 5-10 ਰੁਪਏ ਹੈਗੇ ਆ, ਕੱਟੇ ਗਏ ਹੋਣੇ ਆ, ਕੋਈ ATM ਚਾਰजेस ਕੱਟੇ ਗਏ ਹੋਣੇ ਆ, ਕੁਝ ਕੱਟੇ ਗਏ ਹੋਣੇ ਆ। ਲੇਕਿਨ ਆਪਾਂ ਨੂੰ ਬੈਂਕ ਵਿੱਚ ਜਾ ਕੇ ਕਨਫਰਮ ਕਰਨਾ ਚਾਹੀਦਾ ਹੈ ਕਿ ਇਹ ਵਾਕਈ ਉਹ ਕੱਟੇ ਗਏ ਆ ਜਾਂ ਕੋਈ ਹੋਰ ਚੀਜ਼ ਹੈਗੀ ਹੈ। ਕਈ ਵਾਰੀ 5 ਜਾਂ 10 ਰੁਪਏ ਦਾ ਝਾਂਸਾ ਦੇ ਕੇ ਸਾਡੇ ਕੋਲ 5-10 ਕੱਢੇ ਗਏ, ਮਹੀਨੇ ਵਿੱਚ ਇੱਕ ਵਾਰੀ ਕੱਢੇ, ਲੱਖਾਂ ਲੋਕਾਂ ਦੇ ਕੱਢੇ ਜਾਣਗੇ ਤੇ ਹੈਕਰਸ ਬਹੁਤ ਜ਼ਿਆਦਾ ਕਮਾਈ ਕਰਦੇ। ਲੇਕਿਨ ਇਹ ਗਲਤ ਚੀਜ਼ ਹੈ ਜੋ ਕਿ ਆਪਾਂ ਫਿਰ ਇੱਕ ਕਹਿੰਦੇ ਆ ਕਿ ਸਾਈਬਰ ਕ੍ਰਾਈਮ ਦਾ ਸ਼ਿਕਾਰ ਬਣ ਜਾਂਦੇ ਆ। ਆਪਾਂ ਨੂੰ ਟ੍ਰਾਂਜੈਕਸ਼ਨਸ ਦੇ ਉੱਪਰ ਵੀ ਆਪਣੇ ਨੋਟ ਰੱਖਣਾ ਚਾਹੀਦਾ ਹੈ, ਕਿਹੜੀ ਟ੍ਰਾਂਜੈਕਸ਼ਨ ਅਸੀਂ ਕਰ ਰਹੇ ਹਾਂ, ਕਿਹੜੀ ਟ੍ਰਾਂਜੈਕਸ਼ਨ 'ਚ ਕਿੰਨੇ ਪੈਸੇ ਆ ਰਹੇ ਆ ਜਾ ਰਹੇ ਆ, ਇਸ ਚੀਜ਼ ਦਾ ਵੀ ਪੂਰਾ ਟਰੈਕ ਸਾਨੂੰ ਹੋਣਾ ਚਾਹੀਦਾ ਹੈ। ਬਿਲਕੁਲ, ਕਈ ਪਰਿਵਾਰਾਂ ਦੇ ਵਿੱਚ ਹੁੰਦਾ ਹੈ ਕਿ ਵੱਡੇ ਹੀ ਅਕਸਰ ਉਹ ਆਨਲਾਈਨ ਟ੍ਰਾਂਜੈਕਸ਼ਨ ਨਹੀਂ ਕਰ ਪਾਉਂਦੇ, ਜਿੱਦਾਂ ਬਜ਼ੁਰਗਾਂ ਦੀ ਅਸੀਂ ਗੱਲ ਕਰਦੇ ਹੈਗੇ ਆ, ਕਿਉਂਕਿ ਬੱਚਿਆਂ ਦੇ ਕੋਲ ਹੀ ਹੱਥ ਪੈਸੇ ਦਾ ਹੁੰਦਾ ਹੈ ਔਰ ਬੱਚੇ ਹੀ ਜਿਹੜੇ ਅਕਸਰ ਹੀ ਉਹਨਾਂ ਨੂੰ ਦੇ ਦਿੰਦੇ ਨੇ। ਕਈ ਵਾਰ ਹੁੰਦਾ ਬਜ਼ੁਰਗਾਂ ਨੂੰ ਪੈਸੇ ਦੀ ਲੋੜ ਵੀ ਪੈ ਜਾਂਦੀ ਹੈ ਤੇ ਆਂਢ ਗੁਆਂਢ ਕਿਸੇ ਬੱਚੇ ਨੂੰ ਜਾਂ ਰਾਹਗੀਰੀ ਜਾਂਦੇ ਨੂੰ ਕਹਿ ਦਿੰਦੇ ਨੇ ਕਿ ਆ ATM ਕਾਰਡ ਚਲਾ ਦੇ ਮੇਰਾ, ਇਹ ਪਿਨ ਨੰਬਰ ਹੈ, ਤੇ ਉੱਥੇ ਵੀ ਫਿਰ ਜਿਹੜੇ ਹੈਗੇ ਉਹ ਬਜ਼ੁਰਗ ਜਿਹੜੇ ਆ ਉਹ ਸ਼ਿਕਾਰ ਬਣ ਜਾਂਦੇ ਨੇ ਸਾਈਬਰ ਕ੍ਰਾਈਮ ਦਾ, ਹੈ ਨਾ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਡਾਟਾ ਬੈਕਅਪ ਜਾਂ ਮਲਟੀ ਸਟੋਰੇਜ ਦੀ ਅਸੀਂ ਗੱਲ ਕਰਦੇ ਹਾਂ, ਕੀ ਇਹ ਸੋਲੂਸ਼ਨ ਹੈ ਸਾਈਬਰ ਕ੍ਰਾਈਮ ਤੋਂ ਬਚਣ ਦਾ? ਇਹ ਇੱਕ ਵਨ ਆਫ ਦਾ ਸੋਲੂਸ਼ਨ ਆਪਾਂ ਗਿਣ ਸਕਦੇ ਹਾਂ, ਕਿਉਂਕਿ ਜੋ ਡੇਟਾ ਬੈਕਅਪ ਆਪਾਂ ਨੂੰ ਵੈਸੇ ਵੀ ਆਪਣਾ ਡੇਟਾ ਦਾ ਰੈਗੂਲਰ ਬੇਸਿਸ ਤੇ ਬੈਕਅਪ ਕਰਨਾ ਚਾਹੀਦਾ ਹੈ, ਉਸ ਡੇਟਾ ਦਾ ਜਿਹਨੂੰ ਅਸੀਂ ਮੰਨਦੇ ਹਾਂ ਕਿ ਬਹੁਤ ਕੀਮਤੀ ਹੈ ਸਾਡੇ ਲਈ। ਅਗਰ ਕੋਈ ਡੇਟਾ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕੰਪਨੀ ਦਾ ਜਾਂ ਸਾਡਾ ਪਰਸਨਲ ਜਾਂ ਸਾਡੀ ਕਿਸੇ ਵੀ ਐਸੀ ਚੀਜ਼ ਦਾ ਡੇਟਾ ਹੈ ਜਿਹਨੂੰ ਅਸੀਂ ਨਹੀਂ ਗਵਾਉਣਾ ਚਾਹੁੰਦੇ, ਉਸ ਨੂੰ ਆਪਾਂ ਮਲਟੀਪਲ ਜਗ੍ਹਾ ਤੇ ਆਪਾਂ ਸਟੋਰੇਜ ਕਰ ਸਕਦੇ ਹਾਂ। ਉਹਨੂੰ ਅਸੀਂ ਆਨਲਾਈਨ ਸਟੋਰ ਕਰ ਸਕਦੇ ਹਾਂ, ਉਹਨੂੰ ਅਸੀਂ ਆਪਣੀ ਡਿਫਰੈਂਟ ਪੈਨ ਡਰਾਈਵ ਹਾਰਡ ਡਿਸਕ ਦੇ ਵਿੱਚ ਵੀ ਸਟੋਰ ਕਰ ਸਕਦੇ ਹਾਂ, ਤਾਂ ਕਿ ਅਸੀਂ ਆਪਣੇ ਡੇਟਾ ਨੂੰ ਅਗਰ ਬਾਈ ਚਾਂਸ ਕਿਸੇ ਤਰੀਕੇ ਨਾਲ ਫੋਨ ਗੁੰਮ ਜਾਏ ਜਾਂ ਕਿਸੇ ਤਰੀਕੇ ਨਾਲ ਸਾਡਾ ਡੇਟਾ ਚੋਰੀ ਹੋ ਜਾਏ ਜਾਂ ਹੈਕ ਹੋ ਜਾਏ ਤੇ ਆਪਣਾ ਡੇਟਾ ਜ਼ਰੂਰ ਜਾਂਦਾ ਹੈ, ਲੇਕਿਨ ਆਪਣੇ ਕੋਲ ਬੈਕਅਪ ਵੀ ਹੋਣਾ ਚਾਹੀਦਾ ਹੈ। ਅੱਜ ਦੇ ਸਮੇਂ ਤੁਸੀਂ ਸੁਣਿਆ ਹੋਏਗਾ ਕਿ ਲੋਕ ਕਹਿੰਦੇ ਕਿ ਸਾਡਾ ਮੋਬਾਈਲ ਚੋਰੀ ਹੋ ਗਿਆ, ਮੋਬਾਈਲ ਸਾਨੂੰ ਨਾ ਦਿਓ, ਸਾਨੂੰ ਬਸ ਸਾਡੇ ਕੰਟੈਕਟਸ ਡੇਟਾ ਦੇ ਦਿਓ। ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਲੋਕਾਂ ਨੂੰ ਮੋਬਾਈਲ ਜਾਂ ਕਿਸੇ ਚੀਜ਼ ਨਾਲ ਜਾਂ ਕਿਸੇ ਵਸਤੂ ਨਾਲ ਇੰਨਾ ਪਿਆਰ ਨਹੀਂ ਹੈ ਜਿੰਨਾ ਆਪਣੇ ਡੇਟਾ ਨਾਲ ਪਿਆਰ ਹੈ। ਹੋ ਸਕਦਾ ਉਹਦੀ ਖਾਸ ਯਾਦਾਂ ਹੋਣ, ਹੋ ਸਕਦਾ ਕੋਈ ਆਫੀਸ਼ੀਅਲ ਵਰਕ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੋਵੇ। ਸੋ ਡੇਟਾ ਦੀ ਵੈਲਿਊ ਹੈ, ਡੇਟਾ ਨੂੰ ਜਿੰਨਾ ਅਸੀਂ ਵੈਲਿਊਏਬਲ ਮੰਨਦੇ ਹਾਂ ਉਨੇ ਹੀ ਵੈਲਿਊਏਬਲ ਤਰੀਕੇ ਨਾਲ ਆਪਾਂ ਨੂੰ ਉਹਨੂੰ ਸਟੋਰ ਕਰਨਾ ਚਾਹੀਦਾ ਮਲਟੀਪਲ ਜਗ੍ਹਾ ਤੇ। ਤੇ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਜਦੋਂ ਅਸੀਂ ਮਲਟੀਪਲ ਜਗ੍ਹਾ ਤੇ ਡੇਟਾ ਸਟੋਰ ਕਰ ਵੀ ਰਹੇ ਹਾਂ ਤੇ ਆਪਾਂ ਜਦੋਂ ਐਕਸਟਰਨਲ ਕੋਈ ਵੀ ਡਿਵਾਈਸ ਨੂੰ ਇੰਸਟਾਲ ਕਰਦੇ ਹਾਂ ਜਾਂ ਆਪਣੇ ਲਗਾਉਂਦੇ ਹਾਂ ਲੈਪਟਾਪ ਕੰਪਿਊਟਰ ਜਾਂ ਫੋਨ ਦੇ ਨਾਲ, ਤੇ ਆਪਾਂ ਨੂੰ ਸਕੈਨ ਕਰਕੇ ਲਗਾਉਣਾ ਚਾਹੀਦਾ ਹੈ। ਐਂਟੀਵਾਇਰਸ ਇੱਕ ਅੱਛੀ ਕੰਪਨੀ ਦਾ ਸਾਡੇ ਕੋਲ ਹੋਣਾ ਚਾਹੀਦਾ
ਜਿਹਦੇ ਨਾਲ ਸਾਡਾ ਡੇਟਾ ਸਕੈਨ ਹੋ ਸਕੇ ਤੇ ਕੋਈ ਵੀ ਵਾਇਰਸ ਸਾਡੇ ਕੰਪਿਊਟਰ ਨੂੰ ਜਾਂ ਲੈਪਟਾਪ ਨੂੰ ਜਾਂ ਫੋਨ ਨੂੰ ਨਾ ਅਟੈਕ ਕਰ ਸਕੇ। ਸੋ ਆਪਾਂ ਨੂੰ ਬਹੁਤ ਜ਼ਰੂਰੀ ਹੈ ਚੀਜ਼ ਦਾ ਧਿਆਨ ਰੱਖਣਾ ਜੀ। ਕੇਤਕ ਜੀ, ਅਕਸਰ ਹੀ ਜਦੋਂ ਦੇਖਿਆ ਜਾਂਦਾ ਹੈ ਕਿ ਸੀਜ਼ਨ ਆਫ ਤੇ ਸੇਲ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਫੈਸਟੀਵਲ ਆਉਂਦੇ ਨੇ, ਹੈ ਨਾ, ਤੇ ਉਦੋਂ ਸੇਲ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਬਹੁਤ ਸਾਰੀਆਂ ਵੈਬਸਾਈਟ ਸਾਡੇ ਸਾਹਮਣੇ ਆਉਂਦੀਆਂ ਨੇ, ਬਹੁਤ ਸਾਰੇ ਸਾਨੂੰ ਮੈਸੇਜ ਆ ਜਾਂਦੇ ਨੇ 50% ਆਫ ਹੈ, 60% ਆਫ ਹੈ ਨਾ, ਬਾਈ 1 ਗੈਟ 1। ਸੋ ਸਾਨੂੰ ਕਿੱਦਾਂ ਪਤਾ ਲੱਗੇ ਕਿ ਉਹ ਵੈਬਸਾਈਟ ਜਿਹੜੀ ਹੈਗੀ ਆ ਇਤਬਾਰਯੋਗ ਹੈਗੀ ਆ ਕਿ ਨਹੀਂ ਹੈਗੀ? ਉਹਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿੱਤੀ। ਟਰਸਟਡ ਵੈਬਸਾਈਟਸ ਦੀ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਜਾਣਿਆ ਜਾਵੇ, ਆਪਾਂ ਨੂੰ ਕੋਈ ਵੀ ਵੈਬਸਾਈਟ ਜਦੋਂ ਆਪਾਂ ਓਪਨ ਕਰਦੇ ਆ ਉਹਦਾ ਜੋ ਵੀ URL ਜਿਹਨੂੰ ਆਪਾਂ ਕਹਿੰਦੇ ਆ www.example ਕੋਈ ਵੀ website.com ਲਿਖਿਆ ਹੁੰਦਾ ਹੈ, ਉਸ ਦੇ ਨਾਲ ਇੱਕ ਛੋਟਾ ਜਿਹਾ ਲੌਕ ਲੱਗਾ ਹੁੰਦਾ ਹੈ। ਅੱਛਾ। ਉਹ ਛੋਟਾ ਜਿਹਾ ਲੌਕ ਉਹ ਹੁੰਦਾ HTTPS ਦਾ, ਯਾਨੀ ਕਿ ਸਿਕਿਉਰਡ ਹੁੰਦਾ। ਬੇਸਿਕਲੀ ਉਹਨੂੰ IT ਲੈਂਗੁਏਜ SSL ਸਰਟੀਫਿਕੇਟ ਕਹਿੰਦੇ ਆ। ਉਹ ਜਦ ਤੱਕ ਵੈਬਸਾਈਟ ਦੇ ਵਿੱਚ ਕਨੈਕਸ਼ਨ ਇਜ਼ ਸਿਕਿਉਰ ਨਾ ਲਿਖਿਆ ਹੋਵੇ ਆਪਾਂ ਨੂੰ ਵੈਬਸਾਈਟ ਨਹੀਂ ਓਪਨ ਕਰਨੀ ਚਾਹੀਦੀ। ਅਗਰ ਉਹ ਲੌਕ ਨਹੀਂ ਲੱਗਾ ਹੋਇਆ ਤੇ ਉੱਥੇ ਇੱਕ ਲੌਕ ਦਾ ਨਿਸ਼ਾਨ ਆਏਗਾ ਜਿਹਦੇ ਤੇ ਕ੍ਰਾਸ ਵੱਜਾ ਹੋਏਗਾ ਰੈੱਡ ਕਲਰ ਦਾ ਤੇ ਲਿਖਿਆ ਹੋਏਗਾ ਵੈਬਸਾਈਟ ਇਜ਼ ਨਾਟ ਸਿਕਿਉਰ, ਯੂ ਮੇ ਨਾਟ ਪ੍ਰੋਸੀਡ। ਅੱਛਾ ਜੀ। तो वो अगर अपन ਨੂੰ ਵਾਰਨਿੰਗ ਦਿੰਦਾ ਹੈ, ਜ਼ਿਆਦਾਤਰ ਬ੍ਰਾਊਜ਼ਰਸ ਅੱਜਕੱਲ ਵਾਰਨਿੰਗ ਦੇਣ ਲੱਗ ਗਏ ਹੈ, ਲੇਕਿਨ ਅਗਰ ਤਾਂ ਵੀ ਵਾਰਨਿੰਗ ਨਹੀਂ ਮਿਲਦੀ ਆਪਾਂ ਨੂੰ ਖੁਦ ਹੀ ਇਹ ਚੀਜ਼ ਜਾਣਕਾਰੀ ਹੋਣੀ ਚਾਹੀਦੀ ਕਿ ਆਪਾਂ ਬਿਨਾਂ ਸਿਕਿਉਰਿਟੀ ਵਾਲੀ ਵੈਬਸਾਈਟ ਨੂੰ ਆਪਾਂ ਓਪਨ ਨਾ ਕਰੀਏ। ਔਰ ਮੰਨ ਲਓ ਅਗਰ ਆਪਾਂ ਕਿਸੇ ਵੈਬਸਾਈਟ ਤੋਂ ਸ਼ਾਪਿੰਗ ਓਪਨ ਕਰ ਵੀ ਲਈ ਤੇ ਹੈਕਰਸ ਹੁੰਦੇ ਆ ਕਿ ਉਹ ਸਿਕਿਉਰਿਟੀ ਵਾਲੇ ਵੈਬਸਾਈਟ ਵੀ ਬਣਾ ਲੈਂਦੇ ਆ ਤੇ ਉਹਦੇ ਵਿੱਚ ਕੀ ਕਰਦੇ ਆ, ਉਹ ਫੇਕ ਸਮਾਨ ਪਾ ਦਿੰਦੇ ਆ। ਆਪਾਂ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ, ਕੋਈ ਵੀ ਕੰਪਨੀ ਅਗਰ ਆਪਾਂ ਸ਼ਾਪਿੰਗ ਕਰਨਾ ਚਾਹੁੰਦੇ ਆ ਤੇ ਓਬਵੀਅਸਲੀ ਉਹਨੇ ਆਪਣਾ ਪੋਰਟਫੋਲੀਓ ਜਾਂ ਆਪਣੀ ਇੱਕ ਵੈਬਸਾਈਟ ਦੀ ਇੱਕ ਪਹਿਚਾਣ ਜਾਂ ਹੋਰ ਵੀ ਕਈ ਚੀਜ਼ਾਂ ਉਹਨੇ ਆਪਣਾ ਬਣਾਇਆ ਹੋਏਗਾ। ਸਾਨੂੰ ਉਸ ਕੰਪਨੀ ਦੇ ਬਾਰੇ ਪਹਿਲੇ ਚੰਗੀ ਤਰ੍ਹਾਂ ਜਾਣ ਪਛਾਣ ਕਰ ਦੇਣੀ ਚਾਹੀਦੀ ਹੈ। ਆਪਾਂ ਨੂੰ ਗੂਗਲ ਤੇ ਸਰਚ ਕਰਕੇ ਉਸ ਕੰਪਨੀ ਬਾਰੇ ਇਨਫੋਰਮੇਸ਼ਨ ਲੈ ਲੈਣੀ ਚਾਹੀਦੀ ਹੈ ਕਿ ਉਹ ਕੰਪਨੀ ਜੈਨੂਅਨ ਹੈ। ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਅੱਜ ਦੇ ਟਾਈਮ 'ਚ ਰਿਵਿਊਜ਼। ਰਿਵਿਊਜ਼ ਇੱਕ ਉਹੋ ਜਿਹੀ ਚੀਜ਼ ਹੈ ਈ-ਕਮਰਸ ਸ਼ਾਪਿੰਗ ਦੇ ਵਿੱਚ ਜਾਂ ਆਨਲਾਈਨ ਸ਼ਾਪਿੰਗ ਦੇ ਵਿੱਚ, ਜਦੋਂ ਆਪਾਂ ਰਿਵਿਊਜ਼ ਵੱਲ ਦੇਖਦੇ ਹਾਂ ਕਿ ਕਿਸੇ ਦੇ ਰਿਵਿਊਜ਼ ਅੱਛੇ ਆ ਰਹੇ ਹੈ। ਅੱਜ ਕੱਲ੍ਹ ਤੇ ਇੰਨਾ ਵੱਡਾ ਔਰ ਵਧੀਆ ਸਿਸਟਮ ਆ ਗਿਆ ਹੈ ਕਿ ਰਿਵਿਊਜ਼ ਕਿਸੇ ਦੇ ਅਗਰ ਕੋਈ ਰਿਵਿਊ ਕਰਦਾ ਹੈ ਕੋਈ ਪਰਸਨ ਕਿਸੇ ਵੈਬਸਾਈਟ ਤੇ ਉਹ ਡਿਲੀਟ ਵੀ ਨਹੀਂ ਕੀਤੇ ਜਾਂਦੇ। ਕਈ ਵਾਰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੇ ਰਿਵਿਊਜ਼ ਪਾਏ ਹੋਏ ਨੇ ਉਹ ਝੂਠੇ ਵੀ ਹੋ ਸਕਦੇ ਨੇ। ਆਪਣੇ ਵੱਲੋਂ ਜਿੱਦਾਂ ਮੇਰੀ ਹੁਣ ਸਾਈਟ ਹੋ ਸਕਦੀ ਹੈ, ਤੁਸੀਂ ਮੇਰੇ ਜਾਣਕਾਰ ਹੋ ਜਾਂ ਹੋਰ ਕੋਈ ਜਾਣਕਾਰ ਹੈ, ਉਹ ਆਪਣੇ ਫੇਕ ਰਿਵਿਊ ਵੀ ਪਾ ਦਿੰਦੇ ਨੇ ਨਾ। ਇਹਦਾ ਵੀ ਇੱਕ ਤਰੀਕਾ ਹੈ ਪਹਿਚਾਣ ਕਰਨ ਦਾ। ਆਪਾਂ ਉसी ਵੈਬਸਾਈਟ ਤੇ ਚੂਜ਼ ਕਰੀਏ, ਆਪਣਾ ਸ਼ਾਪਿੰਗ ਕਰੀਏ ਜਿਹੜੀ ਕਿ ਸਰਟੀਫਾਈਡ ਬਾਇਰ ਨੂੰ ਹੀ ਸਿਰਫ ਆਪਾਂ ਕਹਿ ਸਕਦੇ ਹਾਂ ਰਿਵਿਊ ਪਾਉਣ ਦਾ ਮੌਕਾ ਦੇਵੇ। ਅਗਰ ਕੋਈ ਪਰਸਨ ਕਿਸੇ ਵੈਬਸਾਈਟ ਤੋਂ ਬਾਏ ਕਰਦਾ ਹੈ, ਉਹ ਬਾਏ ਕਰਕੇ ਜਦੋਂ ਉਹਦੇ ਕੋਲ ਆਉਂਦਾ ਹੈ ਤੇ ਵੈਬਸਾਈਟ ਕੋਲ ਤਾਂ ਸਾਰਾ ਰਿਕਾਰਡ ਹੈਗਾ ਕਿ ਉਸ ਪਰਸਨ ਨੇ ਬਾਏ ਕੀਤਾ ਹੈ, ਉसी ਪਰਸਨ ਦੇ ਕੋਲ ਰਿਵਿਊ ਕਰਨ ਦਾ ਆਥੋਰਾਈਜੇਸ਼ਨ ਹੋਣੀ ਚਾਹੀਦੀ ਹੈ। ਆਪਾਂ ਨੂੰ ਅਗਰ ਇਸ ਤਰ੍ਹਾਂ ਦੀ ਵੈਬਸਾਈਟ ਨਹੀਂ ਮਿਲਦੀ, ਕੋਸ਼ਿਸ਼ ਕਰਨਾ ਚਾਹੀਦਾ ਕਿ ਇਦਾਂ ਦੀ ਵੈਬਸਾਈਟ ਤੇ ਆਪਾਂ ਨਾ ਜਾਈਏ ਜਿਹੜੇ ਕਿ ਫੇਕ ਰਿਵਿਊ ਸਾਨੂੰ ਲੱਗਦੇ ਆ ਔਰ ਸਾਰੇ ਇੱਕੋ ਜਿਹੇ ਰਿਵਿਊਜ਼ ਹੈ, ਵੈਰੀ ਗੁੱਡ ਪ੍ਰੋਡਕਟ, ਬਹੁਤ ਅੱਛੇ, ਮੈਨੂੰ ਬਹੁਤ ਅੱਛੀ ਲੱਗ ਰਿਹਾ ਹੈ, ਐਕਸੀਲੈਂਟ। ਅਸੀਂ ਮੰਗਾਨੇ ਕੁਝ ਹੋਰ ਆ, ਮਿਲ ਕੁਝ ਹੋਰ ਜਾਂਦਾ। ਜ਼ਰੂਰੀ ਨਹੀਂ ਕਿ ਇਹ ਫੇਕ ਹੀ ਹੋਏ, ਮਿਲ ਵੀ ਕੁਝ ਹੋਰ ਜਾਂਦਾ ਹੈ। ਤੇ ਸਾਨੂੰ ਪੋਰਟਫੋਲੀਓ ਜ਼ਰੂਰ ਦੇਖ ਲੈਣਾ ਚਾਹੀਦਾ ਕੰਪਨੀ ਦਾ ਕਿ ਕੋਈ ਵੀ ਕੰਪਨੀ ਤੋਂ ਅਗਰ ਆਪਾਂ ਵੈਬਸਾਈਟ ਦੇ ਆਪਾਂ ਔਨ ਕਰ ਰਹੇ ਹਾਂ ਤੇ ਇੱਕ ਅੱਛਾ ਪੋਰਟਫੋਲੀਓ ਵਾਲੀ ਵੈਬਸਾਈਟ ਹੋਵੇ ਤੇ ਉਹਦੇ ਵਿੱਚ ਸ਼ਾਪਿੰਗ ਕਰਨ ਤੋਂ ਪਹਿਲੇ ਆਪਾਂ ਰਿਵਿਊਜ਼ ਦੇਖੀਏ ਕਿ ਉਹ ਰਿਵਿਊਜ਼ ਜੈਨੂਅਨ ਹੈ। ਔਰ ਇਹ ਅਗਰ ਆਪਾਂ ਕੋਈ ਗੱਲ ਕਰੀਏ ਜੈਨੂਅਨ ਵੈਬਸਾਈਟ ਦੀ, ਉਹਦੇ ਵਿੱਚ ਬੈਡ ਰਿਵਿਊਜ਼ ਵੀ ਜ਼ਰੂਰ ਹੁੰਦੇ ਆ, ਤੁਸੀਂ ਦੇਖਿਆ ਹੋਏਗਾ। ਔਰ ਰਿਵਿਊਜ਼ ਦੇ ਨਾਲ ਨਾਲ ਇੱਕ ਆਪਾਂ ਵੈਬਸਾਈਟ ਦੇ ਵਿੱਚ ਉਹ ਵੀ ਚੀਜ਼ ਦੇਖੀਏ ਆਨਲਾਈਨ ਸ਼ਾਪਿੰਗ ਵੇਲੇ ਕਿ ਉਸ ਵੈਬਸਾਈਟ ਦੇ ਵਿੱਚ ਉਹ ਕਸਟਮਰ ਨੇ ਰਿਵਿਊ ਦੇ ਨਾਲ ਨਾਲ ਫੋਟੋ ਵੀ ਪਾਈ ਹੋਈ ਹੈ ਉਸ ਪ੍ਰੋਡਕਟ ਦੀ। ਹਾਂ, ਫਿਰ ਉੱਥੋਂ ਲੱਗਦਾ ਹੈ ਕਿ ਉਹ ਜੈਨੂਅਨ ਰਿਵਿਊ ਹੈਗਾ ਆ ਔਰ ਅਸੀਂ ਉਹਨੂੰ ਦੇਖ ਕੇ ਪਤਾ ਲਗਾ ਸਕਦੇ ਹਾਂ ਕਿ ਪ੍ਰੋਡਕਟ ਹੈ ਕਿਦਾਂ ਦਾ ਤੇ ਸਾਨੂੰ ਪਰਚੇਸ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਰਿਵਿਊ ਅਸੀਂ ਦੇਖਣਾ ਹੋਵੇ ਤਾਂ ਜਦੋਂ ਵੀ ਤੁਸੀਂ ਕਿਸੇ ਪ੍ਰੋਡਕਟ ਨੂੰ ਕਲਿੱਕ ਕਰਦੇ ਹੋ ਤੇ ਉਹਦੀਆਂ ਜਦੋਂ ਤੁਹਾਨੂੰ ਪਿਕਚਰਸ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੀਚੇ ਸਕਰੋਲ ਕਰਕੇ ਦੇਖੋ, ਥੱਲੇ ਜ਼ਰੂਰ ਰਿਵਿਊਜ਼ ਲਿਖੇ ਹੁੰਦੇ ਨੇ, ਜ਼ਰੂਰ ਪੜ੍ਹਿਓ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਉਹ ਪ੍ਰੋਡਕਟ ਸਹੀ ਹੈ ਤੁਹਾਡੇ ਲਈ ਜਾਂ ਤੁਹਾਡੇ ਲਈ ਜਿਹੜਾ ਲਾਹੇਵੰਦ ਨਹੀਂ ਹੋ ਸਕਦਾ। ਕੇਤਕ ਜੀ, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਸਾਈਬਰ ਦੀ ਅੱਜ ਦੇ ਸਮੇਂ ਉੱਤੇ ਜਾਂ IT ਸੈਕਟਰ ਦੇ ਵਿੱਚ ਅਸੀਂ ਬਹੁਤ ਸਾਰੀ ਵਰਤੋਂ ਕਰਨ ਲੱਗ ਪਏ ਹਾਂ ਇਸ ਦੀ, ਔਰ ਵਰਤੋਂ ਕਰਨੀ ਵੀ ਅੱਜ ਦੇ ਸਮੇਂ ਦੀ ਸਾਡੀ ਜਿਹੜੀ ਡਿਮਾਂਡ ਹੈਗੀ ਆ, ਮੰਗ ਹੈਗੀ ਆ। ਪਰ ਫਿਰ ਵੀ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਦਿਮਾਗ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ। ਉਹ ਛੋਟੇ-ਛੋਟੇ ਇੱਦਾਂ ਦੇ ਕਿਹੜੇ ਟਿਪਸ ਨੇ ਜਿਹੜੇ ਕਿ ਸਾਨੂੰ ਵਰਤਣੇ ਚਾਹੀਦੇ ਨੇ ਕਿ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਣੇ ਪੈਸੇ ਦੀ ਔਰ ਆਪਣੇ ਡੇਟਾ ਦੀ ਸੁਰੱਖਿਅਤਾ ਰੱਖ ਸਕੀਏ? ਸਭ ਤੋਂ ਪਹਿਲੇ ਤਾਂ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਕੋਈ ਵੀ ਈਮੇਲ ਆਈਡੀ ਜਾਂ ਫੋਨ ਜਾਂ ਆਪਾਂ ਲੈਪਟਾਪ ਕੰਪਿਊਟਰ ਕੋਈ ਵੀ ਚੀਜ਼ ਯੂਜ਼ ਕਰਦੇ ਹਾਂ ਜਿਹੜੀ ਕਿ ਡਿਜੀਟਲ ਮਾਡਰਨ ਵਰਲਡ ਦੇ ਵਿੱਚ ਆਉਂਦੀ ਹੈ, ਉਹਦੇ ਵਿੱਚ ਆਪਾਂ ਨੂੰ 2 ਫੈਕਟਰ ਆਥੈਂਟੀਕੇਸ਼ਨ ਕਰਵਾਉਣੀ ਚਾਹੀਦੀ ਹੈ। 2 ਫੈਕਟਰ ਜਾਂ ਮਲਟੀ ਫੈਕਟਰ ਆਥੈਂਟੀਕੇਸ਼ਨ। ਇਹ ਕੀ ਹੁੰਦਾ? 2 ਫੈਕਟਰ ਜਾਂ ਮਲਟੀ ਫੈਕਟਰ ਆਥੈਂਟੀਕੇਸ਼ਨ ਦਾ ਮਤਲਬ ਹੈ ਕਿ ਆਪਾਂ ਇੱਕ ਕਮਰੇ ਦੇ ਵਿੱਚ 2 ਦਰਵਾਜ਼ੇ ਲਗਾ ਦਿੱਤੇ ਆ। ਅਗਰ ਮੰਨ ਲਓ ਕਿਸੇ ਚੋਰ ਦੇ ਕੋਲ ਇੱਕ ਦਰਵਾਜ਼ੇ ਦੀ, ਤੁਹਾਡੇ ਕੋਲ ਮੇਨ ਦਰਵਾਜ਼ੇ ਦੀ ਵੀ ਉਹਦੇ ਕੋਲ ਚਾਬੀ ਹੈਗੀ ਹੈ ਤੇ ਅੰਦਰ ਵੀ ਇੱਕ ਹੋਰ ਦਰਵਾਜ਼ਾ ਹੋਏਗਾ ਜਿਹਦਾ ਕਿ ਉਹਦੇ ਕੋਲ ਲੌਕ ਨਹੀਂ ਹੋਏਗਾ, ਮਤਲਬ ਚਾਬੀ ਨਹੀਂ ਹੋਏਗੀ।
ਹੋਏਗੀ ਤੇ ਹੋ ਸਕਦਾ ਹੈ ਕਿ ਉਹਦੇ ਕੋਲ ਫਿਰ ਵੀ ਹੋਵੇ। ਉਹਦੇ ਲਈ ਮਲਟੀ ਫੈਕਟਰ, ਜਿੰਨਾ ਸਾਨੂੰ ਇੰਪੋਰਟੈਂਟ ਡੇਟਾ ਜਾਂ ਜਿੰਨੀ ਇੰਪੋਰਟੈਂਟ ਸਾਡੇ ਲਈ ਕੋਈ ਵਰਤੋਂ ਕਿਸੇ ਚੀਜ਼ ਦੀ ਵਸਤੂ ਦੀ ਹੈਗੀ ਹੈ, ਉਹ ਚੀਜ਼ ਨੂੰ ਆਪਾਂ ਉਨੇ ਹੀ ਜ਼ਿਆਦਾ ਸਿਕਿਉਰ ਕਰ ਸਕਦੇ ਹਾਂ। ਤੇ ਉਹਦੇ ਲਈ ਆਪਾਂ ਨੂੰ ਮਲਟੀ ਫੈਕਟਰ, ਯਾਨੀ ਕਿ ਅਗਰ ਇੱਕ ਆਪਾਂ ਪੈਟਰਨ ਲਗਾ ਦਿੱਤਾ, ਉਹਦੇ ਨਾਲ ਇੱਕ ਪਾਸਵਰਡ ਰੱਖਣਾ ਚਾਹੀਦਾ ਹੈ। ਤੇ ਪਾਸਵਰਡ ਜਿੱਦਾਂ ਕਿ ਪਹਿਲਾਂ ਦੱਸਿਆ ਕਿ ਸਟਰੋਂਗ ਹੋਣਾ ਚਾਹੀਦਾ, ਨਾ ਕਿ ਕਾਮਨ। ਤੇ ਪਾਸਵਰਡ ਦੇ ਨਾਲ ਨਾਲ ਉਸ ਤੋਂ ਫਿੰਗਰਪ੍ਰਿੰਟ ਹੋਣ, ਫੇਸ ਲੌਕ ਹੋਵੇ। ਤੇ ਮਲਟੀ ਫੈਕਟਰ ਆਥੈਂਟੀਕੇਸ਼ਨ ਆਪਾਂ ਨੂੰ ਕਰਨੀ ਚਾਹੀਦੀ ਹੈ। ਤੇ ਆਪਾਂ ਨੂੰ ਆਪਣੇ ਜੋ ਵੀ ਈਮੇਲ ਆਈਡੀਜ਼ ਜਾਂ ਕੋਈ ਵੀ ਫੋਨ, ਲੈਪਟਾਪਸ, ਆਪਾਂ ਨੂੰ ਸਿਰਫ ਇੱਕ ਸਿੰਗਲ ਹੈਂਡਡਲੀ ਹੀ ਮੈਨੇਜ ਕਰਨਾ ਚਾਹੀਦਾ। ਕੋਸ਼ਿਸ਼ ਕੀਤੀ ਜਾਵੇ ਸਿੰਗਲ ਹੈਂਡਡਲੀ ਵਰਤੋਂ ਕੀਤੀ ਜਾਵੇ। ਤੁਸੀਂ ਖੁਦ ਕਰ ਰਹੇ ਹੋ ਜਾਂ ਤੁਹਾਡੇ ਟੀਮ ਮੈਂਬਰ ਕੋਈ ਖਾਸ ਹੈਗਾ, ਤੁਹਾਨੂੰ ਪਤਾ ਹੋਵੇ ਕਿ ਕਿੱਥੇ ਐਕਸੈਸ ਹੋ ਰਿਹਾ ਹੈ। ਅੱਜ ਕੱਲ੍ਹ ਤੇ ਨੋਟੀਫਿਕੇਸ਼ਨ ਆ ਜਾਂਦੀ ਹੈ ਕਿ ਕਿੱਥੇ ਕਿੱਥੇ ਐਕਸੈਸ ਹੋ ਰਿਹਾ ਹੈ। ਤੇ ਅਗਰ ਕਿਤੇ ਬਾਹਰ ਸਾਨੂੰ ਲੱਗਦਾ ਕਿ ਐਕਸੈਸ ਹੋ ਰਿਹਾ ਹੈ, ਤੇ ਆਪਾਂ ਨੂੰ ਲੌਗ ਆਊਟ ਕਰ ਦੇਣਾ ਚਾਹੀਦਾ ਆਪਣੀ ਸਾਰੇ ਈਮੇਲ ਆਈਡੀਜ਼ ਤੋਂ। ਤੇ ਆਪਾਂ ਨੂੰ ਔਨ ਦਾ ਸਪੌਟ ਪਾਸਵਰਡ ਵੀ ਚੇਂਜ ਕਰ ਦੇਣਾ ਚਾਹੀਦਾ ਹੈ। ਤੇ ਅਗਰ ਆਪਾਂ ਸਾਈਬਰ ਕ੍ਰਾਈਮ ਦੇ ਸ਼ਿਕਾਰ ਬਣ ਗਏ ਹਾਂ, ਤੇ ਆਪਾਂ ਨੂੰ ਸਾਈਬਰ ਸੈੱਲ, ਜੋ ਕਿ ਪੰਜਾਬ ਪੁਲਿਸ ਵੱਲੋਂ ਜਾਰੀ ਵੀ ਕੀਤੀ ਗਈ ਹੈ ਇੱਕ ਹੈਲਪਲਾਈਨ ਨੰਬਰ, ਉੱਤੇ ਕਾਲ ਕਰਕੇ ਅਸੀਂ ਰਜਿਸਟਰ ਵੀ ਕਰਾ ਸਕਦੇ ਹਾਂ। ਹੈਲਪਲਾਈਨ ਨੰਬਰ ਹੈਗਾ 1930। 1930 ਇਹ ਸਾਈਬਰ ਸੈੱਲ ਡਿਵੀਜ਼ਨ ਦਾ ਨੰਬਰ ਹੈਗਾ, ਜੋ ਕਿ ਆਪਾਂ ਪੰਜਾਬ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈਗਾ। ਇਸ ਤੇ ਆਪਾਂ ਕੰਪਲੇਂਟ ਕਰਕੇ ਆਪਣੀ ਜੋ ਵੀ ਸਾਡੀ ਪ੍ਰੋਬਲਮ ਹੈਗੀ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ, ਤੇ ਸਾਰੀ ਚੀਜ਼ ਬਾਰੇ ਆਪਾਂ ਜਾਣਕਾਰੀ ਦੇ ਸਕਦੇ ਹਾਂ। ਜੇਕਰ ਸਾਈਬਰ ਕ੍ਰਾਈਮ ਹੋ ਜਾਂਦਾ ਹੈ, ਉਸ ਤੋਂ ਬਾਅਦ ਵਾਲਾ ਕੀ ਸਟੈਪ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਇੰਨਾ ਟਾਈਮ ਦਾ ਗੈਪ ਨਾ ਪਾਈਏ, ਹੋਰ ਜ਼ਿਆਦਾ ਸਾਡੀਆਂ ਜਿਹੜੀਆਂ ਹੈਗੀਆਂ ਮੁਸ਼ਕਲਾਂ ਸਾਡੇ ਸਾਹਮਣੇ ਨਾ ਖੜੀਆਂ ਹੋ ਸਕਣ। ਔਨ ਦਾ ਸਪੌਟ, ਜਿੱਦਾਂ ਕਹਿੰਦੇ ਨਾ ਫਸਟ ਏਡ ਦੀ ਅਸੀਂ ਗੱਲ ਕਰਦੇ ਹਾਂ ਕਿ ਫਟਾਫਟ ਰੋਗੀ ਨੂੰ ਕੀ ਦੇਣਾ ਚਾਹੀਦਾ ਹੈ, ਇਸੇ ਤਰ੍ਹਾਂ ਹੀ ਜੇਕਰ ਅਸੀਂ ਸ਼ਿਕਾਰ ਹੋ ਜਾਂਦੇ ਹਾਂ, ਕੀ ਕਰਨਾ ਚਾਹੀਦਾ ਹੈ ਸਾਨੂੰ? ਸ਼ਿਕਾਰ ਆਪਾਂ ਦੇਖੋ ਮੈਮ ਦੋ ਤਰੀਕਿਆਂ ਨਾਲ ਹੋ ਸਕਦੇ, ਜਾਂ ਤਾਂ ਅਸੀਂ ਈਮੇਲ ਆਈਡੀਜ਼ ਜਾਂ ਸੋਸ਼ਲ ਮੀਡੀਆ ਅਕਾਊਂਟਸ ਵਿੱਚ ਸ਼ਿਕਾਰ ਹੁੰਦੇ ਹਾਂ। ਤੇ ਔਨ ਦਾ ਸਪੌਟ ਸਭ ਤੋਂ ਪਹਿਲੇ ਸਾਨੂੰ ਆਪਣੀ ਈਮੇਲ ਆਈਡੀਜ਼ ਨੂੰ ਹਰ ਜਗ੍ਹਾ ਤੋਂ ਸਾਈਨ ਆਊਟ ਕਰ ਦੇਣਾ ਚਾਹੀਦਾ ਹੈ, ਤੇ ਉਹ ਆਪਣੇ ਪਾਸਵਰਡ ਚੇਂਜ ਕਰ ਦੇਣਾ ਚਾਹੀਦਾ ਹੈ। ਤੇ ਅਗਰ ਅਸੀਂ ਬੈਂਕ ਜਾਂ ਆਪਣੀ ਪੈਸੇ ਦੇ ਰਿਲੇਟਿਡ, ਪੇਮੈਂਟ ਦੇ ਰਿਲੇਟਿਡ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਸਾਨੂੰ ਪ੍ਰੋਬਲਮ ਆਉਂਦੀ ਹੈ, ਸਾਨੂੰ ਸਭ ਤੋਂ ਪਹਿਲੇ ਆਪਣੇ ਬੈਂਕ ਵਿੱਚ ਕਾਲ ਕਰਕੇ ਜਾਂ ਬੈਂਕ ਵਿੱਚ ਵਿਜ਼ਿਟ ਕਰਕੇ ਆਪਣਾ ਬੈਂਕ ਅਕਾਊਂਟ ਫਰੀਜ਼ ਕਰਵਾ ਦੇਣਾ ਚਾਹੀਦਾ ਹੈ। ਜਾਂ ਆਪਣੇ ਕੋਈ ਕਾਰਡ ਹੈਗਾ ਜਾਂ ਕਾਰਡ ਤੋਂ ਪ੍ਰੋਬਲਮ ਆਈ ਹੈ ਜਾਂ ਆਨਲਾਈਨ ਬੈਂਕਿੰਗ ਆ ਰਹੀ ਹੈ, ਉਸ ਨੂੰ ਫਰੀਜ਼ ਕਰਵਾ ਦੇਣਾ ਚਾਹੀਦਾ ਹੈ, ਤਾਂ ਕਿ ਉਸ ਟ੍ਰਾਂਜੈਕਸ਼ਨ ਨੂੰ ਫਰਦਰ ਕੈਰੀ ਨਾ ਕੀਤਾ ਜਾਵੇ, ਤੇ ਜੋ ਵੀ ਪ੍ਰੋਬਲਮ ਆਈ ਹੈ ਉਹ ਉਸੇ ਟਾਈਮ ਰੁਕ ਜਾਵੇ, ਅਤੇ ਸਾਈਬਰ ਸੈੱਲ ਨੂੰ ਫਿਰ ਇਨਫੋਰਮ ਕਰਕੇ ਉਹ ਸਾਰੀ ਪ੍ਰੋਬਲਮ ਨੂੰ ਸੌਰਟ ਆਊਟ ਕੀਤਾ ਜਾਵੇ। ਕਈ ਵਾਰ ਹੁੰਦਾ ਹੈ ਜਿਹੜਾ ਤੁਸੀਂ ਨੰਬਰ ਦੱਸਿਆ 1930, ਲੱਗਦਾ ਨਹੀਂ, ਬਿਜ਼ੀ ਆਉਂਦਾ ਹੈਗਾ, ਤੇ ਹਫੜਾ ਦਫੜੀ ਦੇ ਵਿੱਚ ਬਹੁਤ ਬੰਦਾ ਪਰੇਸ਼ਾਨ ਹੋ ਜਾਂਦਾ, ਇਹਨੂੰ ਪਤਾ ਨਹੀਂ ਲੱਗਦਾ ਮੈਂ ਕਰਾਂ ਤੇ ਕਰਾਂ ਕੀ। ਸੋ ਸਭ ਤੋਂ ਪਹਿਲਾਂ ਤਾਂ ਬੈਂਕ ਦੇ ਵਿੱਚ ਜਾਇਆ ਜਾਵੇ। ਅਗਰ ਬੈਂਕ ਨੂੰ ਕਾਲ ਕਰਕੇ ਜਾਂ ਈਮੇਲ ਕਰਕੇ ਤੁਸੀਂ ਦੱਸ ਦਿਓ ਕਿ ਸਾਡੇ ਅਕਾਊਂਟ ਜਿਹੜੇ ਆ ਨਾ ਫਰੀਜ਼ ਕਰ ਦਿਓ, ਜਿੰਨੇ ਵੀ ਤੁਹਾਡੇ ਕਾਰਡਸ ਨੇ ਆਪਣੇ ਫਟਾਫਟ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਟ੍ਰਾਂਸੈਕਸ਼ਨ ਜਿਹੜੀ ਹੋ ਰਹੀ ਹੈ ਉਹਨੂੰ ਤੁਸੀਂ ਰੁਕਵਾ ਸਕਦੇ ਹੋ। ਈਮੇਲ ਆਈਡੀ ਦੇ ਜਿਹੜੇ ਪਾਸਵਰਡਸ ਨੇ ਜਾਂ ਤੁਹਾਡੇ ਆਪਣੀ ਸੋਸ਼ਲ ਸਾਈਟ ਜੋ ਤੁਸੀਂ ਵਰਤੋਂ ਕਰਦੇ ਆ, ਉਹਦੇ ਜੇਕਰ ਤੁਸੀਂ ਆਪਣੇ ਪਾਸਵਰਡ ਫਟਾਫਟ ਚੇਂਜ ਕਰ ਦਿਓ ਔਰ ਜਾਂ ਫਿਰ ਉਹਦੇ ਤੇ ਲੌਗ ਆਊਟ ਕਰ ਦਿਓ, ਤਾਂ ਕਿ ਤੁਸੀਂ ਸੁਰੱਖਿਅਤ ਹੋ ਸਕੋ। ਔਰ ਜਾਂਦੇ ਜਾਂਦੇ ਹੋਏ ਅਸੀਂ ਆਪਣੇ ਆਮ ਜਾਣਕਾਰੀ, ਜਿੱਦਾਂ ਅਸੀਂ ਕਹਿੰਦੇ ਆ ਕਿ ਲੋਕਾਂ ਨੂੰ ਹੋਣੀ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ, ਕਿਉਂਕਿ ਤੁਹਾਡੇ IT ਸੈਕਟਰ ਦੇ ਵਿੱਚ ਬਹੁਤ ਸਾਰੀਆਂ ਟਰਮਸ ਵਰਤੋਂ ਦੇ ਵਿੱਚ ਆਉਂਦੀਆਂ ਨੇ, ਔਰ ਬਹੁਤ ਸਾਰੀਆਂ ਵਰਤੋਂ ਕਰਦਿਆਂ ਵੀ ਕਈ ਵਾਰ ਹੁੰਦਾ ਹੈ ਕਿ ਆਮ ਲੋਕਾਂ ਨੂੰ ਉਸ ਦੀ ਜਾਣਕਾਰੀ ਨਹੀਂ ਹੁੰਦੀ। ਔਰ ਕਈ ਵਾਰ ਹੁੰਦਾ ਹੈ ਕਿ ਅਸੀਂ ਬਾਹਰੋਂ ਵੀ ਸਾਨੂੰ ਕਈ ਵਾਰ ਕਾਲ ਆਉਂਦੀ ਹੈ ਨਾ। ਹੁਣ ਭੋਲੇ ਭਾਲੇ ਲੋਕ ਨੇ, ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਰਿਸ਼ਤੇਦਾਰ ਦੀ ਕਾਲ ਹੋਣੀ ਹੈ ਨਾ। ਬਜ਼ੁਰਗ ਅਕਸਰ ਹੀ ਕਹਿੰਦੇ ਨੇ ਕਿ ਤੁਹਾਡੇ ਜੀ ਤੁਸੀਂ ਉਹਨਾਂ ਨੂੰ ਜਾਣਦੇ ਹੋ, ਉਸ ਪਿੰਡ ਦੇ ਵਿੱਚ ਅਸੀਂ ਇਸ ਬੰਦੇ ਦੇ ਫਲਾਣੇ ਦਾ ਪੋਤਾ ਬੋਲਦਾ, ਮੈਂ ਬਾਹਰ ਮੁਸ਼ਕਿਲ 'ਚ ਫਸਿਆ ਹੋਇਆ, ਜੇਕਰ ਤੁਸੀਂ ਮੇਰੀ ਮਦਦ ਕਰ ਦਿਓ, ਹੈ ਨਾ। ਸੋ ਇੱਦਾਂ ਦੀ ਮਦਦ ਦੀ ਦੁਹਾਈ ਜਾਂ ਤੁਹਾਡੀ ਮਦਦ ਦੇ ਲਈ ਉਹ ਤੁਹਾਨੂੰ ਫੋਨ ਕਰਦੇ ਨੇ, ਉਹਨਾਂ ਤੋਂ ਕਿੱਦਾਂ ਬਚਾਅ ਕਰ ਸਕਦੇ ਹੈ? ਕਿ ਅਸੀਂ ਪਤਾ ਲਗਾ ਸਕਦੇ ਹਾਂ ਕਿ ਇਹ ਬੰਦੇ ਨੇ ਜਿਹਨੇ ਫੋਨ ਕੀਤਾ ਹੈ ਉਹ ਸਾਡੇ ਲਈ ਇਤਬਾਰਯੋਗ ਨਹੀਂ ਹੈ? ਬਿਲਕੁਲ ਮੈਮ, ਪਤਾ ਕੀਤਾ ਜਾ ਸਕਦਾ ਹੈ। ਜੇ ਤਾਂ ਦੇਖੋ ਆਪਣਾ ਬਹੁਤ ਕੋਈ ਕਲੋਜ਼ ਫਰੈਂਡ ਹੈ, ਅਗਰ ਪੈਸੇ ਦੀ ਤਾਂ ਗੱਲਬਾਤ ਸਿਰਫ ਬੰਦਾ ਆਪਣੇ ਖਾਸ ਬੰਦੇ ਨਾਲ ਹੀ ਕਰਦਾ ਹੈ। ਕਈ ਵਾਰੀ ਸਾਨੂੰ ਆਪਣੇ ਖਾਸ ਬੰਦੇ ਦਾ ਨਾਮ ਤੋਂ ਜਾਂ ਉਸ ਦੀ ID ਯੂਜ਼ ਕਰਕੇ ਸਾਨੂੰ ਕਾਲ ਆਉਂਦੀ ਹੈ, ਤੇ ਸਾਨੂੰ ਜ਼ਰੂਰੀ ਨਹੀਂ ਹੈ ਕਿ ਆਪਾਂ ਕਾਲ ਤੇ ਜਾਂ ਔਨ ਦਾ ਸਪੌਟ ਐਕਸ਼ਨ ਲਈਏ, ਕਿ ਔਨ ਦਾ ਸਪੌਟ ਹੀ ਉਹਦੀ ਹੈਲਪ ਕਰਨ ਲਈ ਅਸੀਂ ਮੈਸੇਜ ਤੇ ਉਹਨੂੰ ਜਾਂ ਆਨਲਾਈਨ ਪੇਮੈਂਟ ਪਾ ਦਈਏ, ਟ੍ਰਾਂਸਫਰ ਕਰ ਦਈਏ। ਆਪਾਂ ਨੂੰ ਉਸ ਬੰਦੇ ਨੂੰ ਜੈਨੂਅਨਲੀ, ਜੋ ਸਾਡੇ ਕੋਲ ਨੰਬਰ ਸੇਵ ਹੈ ਜਾਂ ਸਾਡੇ ਕੋਈ ਜੋ ਰਿਲੇਟਿਵ ਹੈ, ਉਹਦੇ ਨਾਲ ਕੰਟੈਕਟ ਕਰਨਾ ਚਾਹੀਦਾ। ਉਸ ਪਰਸਨ ਨੂੰ ਡਾਇਰੈਕਟਲੀ ਕਾਲ ਕਰਕੇ ਜਾਂ ਗੱਲਬਾਤ ਕੀਤੀ ਜਾਵੇ ਕਿ ਤੁਸੀਂ ਹੋ ਜੋ ਮੈਨੂੰ ਕਾਲ ਕਰ ਰਹੇ ਹੋ। ਅਗਰ ਉਹ ਸੱਚੀ ਵਿੱਚ ਵਾਕਈ ਹੈਲਪ ਦੀ ਲੋੜ ਹੈ ਤੇ ਉਹ ਤੁਹਾਨੂੰ ਦੱਸੇਗਾ, ਤੁਸੀਂ ਕਰਨਾ ਚਾਹੋ ਤੇ ਕਰ ਸਕਦੇ ਹੋ। ਨਹੀਂ ਤਾਂ ਅਗਲੇ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਉਹਦੀ ID ਯੂਜ਼ ਕਰਕੇ, ਉਹਦਾ ਨਾਮ ਯੂਜ਼ ਕਰਕੇ ਕੋਈ ਉਹਦੀ ਪਹਿਚਾਣ ਬਣ ਕੇ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਸੇ ਤੋਂ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਵੀ ਪਰਸਨ ਕਿਸੇ ਜਗ੍ਹਾ ਤੇ ਜਾ ਕੇ ਕੰਪਲੇਂਟ ਕਰ ਸਕਦਾ ਹੈ ਕਿ ਮੇਰੇ ਨਾਮ ਦੀ ਵਰਤੋਂ ਹੋ ਕੀਤੀ ਜਾ ਰਹੀ ਹੈ, ਤੇ ਪਬਲਿਕਲੀ ਕਹਿ ਸਕਦਾ ਹੈ ਕਿ ਮੇਰੇ ਨਾਮ ਤੇ ਅਗਰ ਕਿਸੇ ਨੂੰ ਕਾਲ ਆਵੇ ਤੇ ਤੁਸੀਂ ਨਾ ਕਰੋ। ਇਹ ਜਦ ਕਿ ਆਪਾਂ ਅੱਜ ਕੱਲ੍ਹ ਦੇਖਦੇ ਹਾਂ ਕਿ ਜ਼ਿਆਦਾਤਰ ਹੁੰਦਾ ਹੀ ਹੈ
ਜ਼ਿਆਦਾਤਰ ਹੁੰਦਾ ਹੀ ਹੈ ਇਸ ਸਮੇਂ ਦੇ ਵਿੱਚ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਕਿ ਸਾਨੂੰ ਕਾਲਸ ਆਉਂਦੀਆਂ, ਆਪਾਂ ਐਤਬਾਰ ਕਰ ਲੈਂਦੇ ਆ, ਲੇਕਿਨ ਸਾਨੂੰ ਐਤਬਾਰ ਨਹੀਂ ਕਰਨਾ ਚਾਹੀਦਾ। ਨਾ ਹੀ ਆਪਾਂ ਨੂੰ ATM ਕਾਰਡ ਆਪਣੇ ਕਿਸੇ, ਜਿੱਦਾਂ ਮੈਮ ਨੇ ਪਹਿਲੇ ਵੀ ਡਿਸਕਸ ਕੀਤਾ ਕਿ ATM ਕਾਰਡ ਆਪਾਂ ਆਪਣੇ ਕਿਸੇ ਗੁਆਂਢੀ ਨੂੰ ਜਾਂ ਬੱਚਿਆਂ ਨੂੰ ਦੇ ਦਿੱਤਾ, ਬਹੁਤ ਖਾਸ ਗੱਲ ਹੈ। ਸੋ ਬੇਸਿਕਲੀ ਕੀ ਹੈ, ਆਪਾਂ ਨੂੰ ਬਜ਼ੁਰਗ ਅਗਰ ਹੈਗੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਗਾਈਡੈਂਸ ਬੈਂਕ ਵੀ ਦਿੰਦੀ ਹੈ, ਤੇ ਤੁਸੀਂ ਜਾ ਕੇ ਬਜ਼ੁਰਗ ਵੀ ਆਪਣੀ ਮਨਪਸੰਦ ਭਾਸ਼ਾ ਦਾ ਚੋਣ ਕਰਕੇ ATM ਦੇ ਵਿੱਚ ਆਪਸ਼ਨਸ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਤੇ ਆਪਣੇ ਪੈਸੇ ਲੈ ਕੇ ਉੱਥੋਂ ਬਾਹਰ ਨਿਕਲਣਾ ਚਾਹੀਦਾ ਹੈ, ਅਤੇ ਇਹ ਵੀ ਦੇਖਣਾ ਚਾਹੀਦਾ ਹੈ ਕਿ ਪੈਸੇ ਲੈ ਕੇ ਟ੍ਰਾਂਜੈਕਸ਼ਨ ਫਿਨਿਸ਼ ਹੋ ਚੁੱਕੀ ਹੈ ਕਿ ਨਹੀਂ ਹੋਈ। ਕਈ ਵਾਰੀ ਕੀ ਹੁੰਦਾ ਹੈ, ਅਸੀਂ ਪੈਸੇ ਲੈ ਕੇ ਬਾਹਰ ਚਲੇ ਜਾਂਦੇ ਆ, ਟ੍ਰਾਂਜੈਕਸ਼ਨ ਫਿਨਿਸ਼ ਨਹੀਂ ਹੋਈ ਹੁੰਦੀ, ਤੇ ਨੈਕਸਟ ਪਰਸਨ ਜੋ ਸਾਡੇ ਤੋਂ ਬਾਅਦ ATM ਦੇ ਵਿੱਚ ਐਂਟਰ ਕਰਦਾ ਹੈ, ਉਹ ਇਹ ਦੇਖਦਾ ਹੈ ਕਿ ਇਹ ਟ੍ਰਾਂਜੈਕਸ਼ਨ ਨੂੰ ਮੈਂ ਕੰਟੀਨਿਊ ਕਰ ਲਵਾਂ, ਉਹਨੂੰ ATM ਪਿਨ ਭਰਨ ਦੀ ਵੀ ਲੋੜ ਨਹੀਂ ਹੈ, ਉਸੇ ਟ੍ਰਾਂਜੈਕਸ਼ਨ ਉੱਥੋਂ ਕੈਰੀ ਫਾਰਵਰਡ ਕਰਕੇ ਤੁਹਾਡਾ ਸਾਰਾ ਬੈਲੈਂਸ ਵੀ ਦੇਖ ਸਕਦਾ ਹੈ ਤੇ ਉਸ ਨੂੰ ਕਢਾ ਵੀ ਸਕਦਾ ਹੈ। ਸੋ ਆਪਾਂ ਨੂੰ ਅਗਰ ATM ਦੇ ਵਿੱਚ ਜਾਂਦੇ ਆ ਤੇ ATM ਦੇ ਵਿੱਚ ਉਸ ਨੂੰ ਯੂਜ਼ ਕਰਨ ਲਈ ਆਪਾਂ ਜ਼ਰੂਰੀ ਨਹੀਂ ਹੈ ਕਿ ਆਪਸ਼ਨਸ ਇੱਕੋ ਜਿਹੇ ਹੋਣ, ਆਪਾਂ ਨੂੰ ਧਿਆਨ ਨਾਲ ਪੜ੍ਹਨੇ ਚਾਹੀਦੇ ਆ, ਆਪਣੀ ਮਨਪਸੰਦ ਭਾਸ਼ਾ ਜੋ ਸਾਨੂੰ ਸਮਝ ਆਵੇ ਉਹਦੇ ਵਿੱਚ ਪੜ੍ਹ ਸਕਦੇ ਆ, ਤੇ ਉਹਦੇ ਟ੍ਰਾਂਜੈਕਸ਼ਨ ਫਿਨਿਸ਼ ਕਰਕੇ ਹੀ ਆਉਣਾ ਚਾਹੀਦਾ ਜਦੋਂ ਲਿਖਿਆ ਹੋਵੇ ਟ੍ਰਾਂਜੈਕਸ਼ਨ ਹੈਜ਼ ਬੀਨ ਕੰਪਲੀਟਡ, ਔਰ ਉਸ ਤੋਂ ਬਾਅਦ ATM ਕਾਰਡ ਪਾਉਣ ਦੇ ਵਾਸਤੇ ਦੁਬਾਰਾ ਗ੍ਰੀਨ ਲਾਈਟ ਉੱਥੇ ਆ ਜਾਂਦੀ ਹੈ, ਉਦੋਂ ਆਪਾਂ ਨੂੰ ਨਹੀਂ ਲੀਵ ਕਰਨਾ ਚਾਹੀਦਾ। ਬੇਸ਼ੱਕ ਦੀ ਜਿੰਨੀ ਮਰਜ਼ੀ ਆਪਾਂ ਨੂੰ ਰਸ਼ ਹੋਵੇ, ਆਪਾਂ ਨੂੰ ਇੰਨੀ ਛੋਟੀ ਚੀਜ਼ਾਂ ਦਾ ਕਈ ਵਾਰੀ ਅਸੀਂ ਅਣਗਹਿਲੀ ਕਰ ਜਾਂਦੇ ਆ, ਜਿਹਦੇ ਵਿੱਚ ਆਪਾਂ ਭਾਰੀ ਨੁਕਸਾਨ ਝੱਲਣਾ ਪੈਂਦਾ ਆਪਾਂ ਨੂੰ। ਬਿਲਕੁਲ, ਬਹੁਤ ਵੱਡਮੁੱਲੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਸ਼੍ਰੀ ਕੇਤਨ ਛਾਬੜਾ ਜੀ। ਔਰ ਕਹਿੰਦੇ ਨੇ ਕਿ ਜਾਣਕਾਰੀ ਹੋਏਗੀ ਤਾਂ ਹੀ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋਗੇ। ਬਹੁਤ ਸਾਰੀਆਂ ਖਾਸ ਗੱਲਾਂ, ਬਹੁਤ ਸਾਰੀਆਂ ਨਿੱਕੀਆਂ ਗੱਲਾਂ ਤੁਸੀਂ ਜਾਣਕਾਰੀ ਦਿੱਤੀਆਂ ਨੇ ਸਾਡੇ ਦਰਸ਼ਕਾਂ ਨੂੰ। ਉਮੀਦ ਹੈ ਉਹਨਾਂ ਨੂੰ ਜਾਣਕਾਰੀ ਪਸੰਦ ਆਈ ਹੋਏਗੀ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਧੰਨਵਾਦ। ਦੂਰਦਰਸ਼ਨ ਦੇ ਤੇ DD ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ। ਤੇ ਸਾਨੂੰ ਆਪਾਂ ਕੋਸ਼ਿਸ਼ ਕੀਤੀ ਕਿ ਆਪਣੇ ਵੱਲੋਂ ਜੋ ਵੀ ਸਾਈਬਰ ਸਿਕਿਉਰਿਟੀ ਬਾਰੇ ਹੋ ਸਕੇ ਜਾਣਕਾਰੀ ਦਿੱਤੀ ਹੈ, ਤੇ ਕੋਈ ਵੀ ਪ੍ਰੋਬਲਮ ਹੋਵੇ ਤਾਂ ਸਾਈਬਰ ਸੈੱਲ ਡਿਵੀਜ਼ਨ ਨੂੰ ਪੰਜਾਬ ਪੁਲਿਸ ਦੇ ਜੋ ਜਾਰੀ ਕੀਤਾ ਗਿਆ ਨੰਬਰ 1930 ਤੇ ਜ਼ਰੂਰ ਕਾਲ ਕਰੋ। ਧੰਨਵਾਦ, ਬਹੁਤ ਸ਼ੁਕਰੀਆ ਦਰਸ਼ਕਾਂ ਦਾ। She love them desi gangsta.